पंजाबी नामा प्रोग्राम च सारे दर्शकों का बहुत बहुत स्वागत है। अज असी गल करांगे दिल्ली चलो किसानी अंदोलन नूं लैके ते नाल ही नाल जिहड़े सियासतदानां दे विचकार जिहड़ी उथल पुथल हो रही है, बयानबाजी की जा रही है, ते उस तो इलावा केंद्र सरकार ते राज्य सरकार किसानां दे पक्खी किहड़ी गल कर रहे हैं, किसानां दे वल दी की गल कर रहे हैं ते की नहीं कर रहे हैं, ते किसान आगूआं दा, किसान जथेबंदियां दे जिहड़े आगू ने उन्हां दा अगला कदम की रहेगा। इस बारे अज विस्तृत तरीके नाल असीं जिहड़ी गलबात करनी है। साडे नाल साडे सीनियर पत्रकार बलविंदर जम्मू जी इस इन्हां सारे मुद्दਿਆਂ ते जिहड़ी गलबात नूं अगे वधाउणगे। जी जम्मू जी, तुसीं की कहंदे हो, ये जिहड़ा हुण किसानी अंदोलन जिस वल रुख कर चुक्या है, हुण अगे किसानां दा की कदम होएगा? किसान जथेबंदियां दा अगला कदम की होएगा, किधर नूं गलबात तुरेगी? ਪਹਿਲਾਂ ਤਾਂ ਪੰਜਾਬ ਦੇ ਕਿਸਾਨਾਂ ਦਾ ਜਿਹੜਾ ਦ੍ਰਿੜਤਾ ਹੌਸਲਾ ਜੋ ਉਹਨਾਂ ਦਿਖਾਇਆ ਉਹਦੀ ਦਾਤ ਦੇਣੀ ਬਣਦੀ ਆ। ਉਹਨਾਂ ਦੀ ਸ਼ਾਬਾਸ਼, ਉਹਨਾਂ ਨੂੰ ਜਿਹੜੇ ਆ ਪਾਣੀ ਦੀਆਂ ਬਛਾੜਾਂ, ਜਿਹੜੀਆਂ ਅਥਰੂ ਗੈਸ ਦੇ ਗੋਲੇ, ਉਹ ਤੇ ਲਾਠੀ ਚਾਰਜ ਰੋਕ ਨਹੀਂ ਸਕਿਆ ਦਿੱਲੀ ਜਾਣ ਤੋਂ। ਬਿਲਕੁਲ ਕਿਸਾਨਾਂ ਨੇ ਤਹੱਮਲ ਰੱਖਿਆ, ਕਿਸੇ ਥਾਂ ਤੇ ਉਹ ਉਤੇਜਿਤ ਨਹੀਂ ਹੋਏ, ਗੁੱਸੇ 'ਚ ਨਹੀਂ ਆਏ, ਕਿਸੇ ਗੱਲ ਦੀ ਪਰਵਾਹ ਨਹੀਂ ਕੀਤੀ। ਉਤੇਜਿਤ ਕਰਨ ਦੇ ਯਤਨਾਂ ਦੀ ਵੀ ਉਹਨਾਂ ਨੇ ਕੋਈ ਪਰਵਾਹ ਨਹੀਂ ਕੀਤੀ, ਉਹ ਡਟੇ ਰਹੇ। ਜਿੰਨਾ ਅੱਜ ਤਿੰਨ ਥਾਵਾਂ ਦੇ ਉੱਪਰ ਟਕਰਾਅ ਹੋਇਆ, ਪਹਿਲਾਂ ਸ਼ੰਭੂ ਬਾਰਡਰ ਦੇ ਉੱਪਰ, ਸਿੰਧੂ ਬਾਰਡਰ ਦੇ ਉੱਪਰ, ਤੇ ਤੀਜੀ ਜਗ੍ਹਾ ਇੱਕ ਹੋਰ ਦਿੱਲੀ ਦੇ ਵਿੱਚ ਖਨੌਰੀ ਤੋਂ ਅੱਗੇ ਜਦ ਅਸੀਂ ਵੱਧਦੇ ਨਰਵਾਣਾ ਵੱਲ ਗਏ ਤਾਂ ਵੀ ਹੋਇਆ। ਮਤਲਬ 5 ਥਾਵਾਂ ਤੇ ਅੱਜ ਟਕਰਾਅ ਹੋਇਆ, ਪਰ ਫਿਰ ਵੀ ਕਿਸਾਨਾਂ ਨੇ ਆਪਣਾ ਜਿਹੜਾ ਜਾਬਤਾ ਕਾਇਮ ਰੱਖਿਆ, ਆਪਣੇ ਕੰਮ ਵੱਲ ਧਿਆਨ ਦਿੱਤਾ, ਆਪਣਾ ਜਿਹੜੇ ਟਾਰਗੇਟ ਹੈ ਉਹਦੇ ਵੱਲ ਨੂੰ ਰਹੇ। ਮਤਲਬ ਵੀ ਅਸੀਂ ਦਿੱਲੀ ਜਾਣਾ, ਸਾਡਾ ਕੀ ਮਨੋਰਥ ਹੈ, ਉਸ ਪਾਸੇ ਵੱਲ ਉਹ ਡਟੇ ਰਹੇ। ਇਹ ਇੱਕ ਬਹੁਤ ਵੱਡੀ ਗੱਲ ਹੈ। ਮਤਲਬ ਤੁਸੀਂ ਲਾ ਲਓ ਵੀ ਅੱਜ 64ਵਾਂ ਦਿਨ ਹੋ ਗਿਆ ਲਗਾਤਾਰ ਅੰਦੋਲਨ ਚੱਲਦਿਆਂ ਨੂੰ। ਮਤਲਬ ਕਿਸਾਨ ਇੰਨੇ ਸ਼ਾਂਤਮਈ ਨੇ ਤੇ ਅਜੇ ਵੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਦਿੱਲੀ ਵੱਲ ਨੂੰ ਵਧ ਰਹੇ ਨੇ ਹਜੇ ਵੀ ਚੱਲ ਰਿਹਾ ਹੈ। ਇਹ ਸਿਲਸਿਲਾ ਲਗਾਤਾਰ ਜਾਰੀ ਹੈ ਪਿਛਲੇ 2 ਦਿਨਾਂ ਚੋਂ, ਤੇ ਜਿਹੜੀ ਅੱਡ ਕਿਸਾਨ ਜਥੇਬੰਦੀਆਂ ਕੁਝ ਦਿੱਲੀ ਪੁੱਜ ਗਈਆਂ ਨੇ, ਕੁਝ ਹਜੇ ਵੀ ਵਿਚਕਾਰ ਨੇ ਤੇ ਕੁਝ ਚਲੀਆਂ ਨੇ। ਇਹ ਸਿਲਸਿਲਾ ਹਜੇ ਲਗਾਤਾਰ ਜਾਰੀ ਹੈ। ਦੇਖੋ, ਅੱਜ 2 ਥਾਵਾਂ ਤੋਂ ਖਨੌਰੀ ਤੋਂ ਸ਼ੁਰੂ ਹੋਇਆ, ਫਿਰ ਡੱਬ ਵਾਲੀ ਤੋਂ ਸ਼ੁਰੂ ਹੋਇਆ। ਜਿਹੜੇ ਡੱਬ ਵਾਲੀ ਵਾਲੇ ਆ, ਜਿਹੜੇ ਦੂਜੇ ਆ, ਉਹ ਮਤਲਬ ਅੱਧਾ ਸਫ਼ਰ ਉਹਨਾਂ ਨੇ ਤੈਅ ਕਰ ਲਿਆ। ਹੌਲੀ ਹੌਲੀ ਆ ਰਹੇ। ਟਰੈਕਟਰ ਦੀ ਜਿਹੜੀ ਸਪੀਡ ਹੈ ਉਹ ਥੋੜ੍ਹੀ ਹੁੰਦੀ ਹੈ, ਤੇ 25-30-20 ਕਿਲੋਮੀਟਰ ਦੀ ਸਪੀਡ ਨਾਲ ਵੱਧ ਤੋਂ ਵੱਧ ਆ ਰਿਹਾ। ਤੋ ਮੇਰਾ ਖਿਆਲ ਤੜਕੇ ਤੱਕ ਪਹੁੰਚ ਜਾਣਗੇ, ਜਾਂ ਰਸਤੇ ਦੇ ਵਿੱਚ ਜੇ ਕਈ ਵਾਰੀ ਇਹ ਵੀ ਹੁੰਦਾ ਵੀ ਰਾਤ ਦਾ ਖਾਣਾ ਖੁਣਾ ਖਾ ਲਓ, ਲੰਗਰ ਛਕੋ ਤੇ ਫਿਰ ਚੱਲਾਂਗੇ, ਤੇ ਹੋ ਸਕਦਾ ਉਹ ਰਸਤੇ 'ਚ ਰੁਕ ਜਾਣ। ਅਜੇ ਪਤਾ ਨਹੀਂ ਉਹਨਾਂ ਦਾ ਕੀ ਪ੍ਰੋਗਰਾਮ ਹੈ, ਤੇ ਉਹ ਦਿੱਲੀ ਜ਼ਰੂਰ ਪਹੁੰਚਣਗੇ। ਉਹਨਾਂ ਨੂੰ ਜਿਹੜਾ ਬਾਰਡਰ ਹੈ ਉਹਦੇ ਤੇ ਜ਼ਰੂਰ ਪਹੁੰਚ ਜਾਣਗੇ, ਤੇ ਉੱਥੇ ਪਹੁੰਚ ਕੇ ਹੀ ਅਗਲੀ ਜਿਹੜੀ ਗੱਲਬਾਤ ਅੱਗੇ ਕੀ ਹੋਣਾ ਤੇ ਬਲਵਿੰਦਰ ਜੰਮੂ ਜੀ, ਜਿਵੇਂ ਜੇ ਅਸੀਂ ਗੱਲ ਕਰੀਏ ਹੁਣ ਜਿਹੜੀ ਮੌਜੂਦਾ ਸਥਿਤੀ ਹੈ, ਉਹ ਕੇਂਦਰ ਸਰਕਾਰ ਨੇ ਉਹਨਾਂ ਨੂੰ ਮੈਦਾਨ ਜਿਹੜਾ ਆਪਣਾ ਬਿਲਕੁਲ ਕਰਨਾਲ ਤੋਂ ਦਿੱਲੀ ਵੱਲ ਨੂੰ ਜਿਹੜਾ 6 ਕਿਲੋਮੀਟਰ ਅੱਗੇ ਉਹ ਨਿਰਧਾਰਿਤ ਕਰਤਾ, ਤੁਸੀਂ ਇੱਥੇ ਇਕੱਠ ਕਰਕੇ ਇੱਥੇ ਧਰਨਾ ਦੇ ਸਕਦੇ ਹੋ। ਜੇਕਰ ਸਾਰੇ ਕਿਸਾਨ ਆਗੂ ਇਸ ਵੱਲ ਨੂੰ ਤਿਆਰ ਹੈ, ਜਾਂ ਫਿਰ ਹਜੇ ਉਹ ਜਿੱਥੇ ਮੋਰਚਾ ਉਹਨਾਂ ਨੇ ਲਾਇਆ ਉੱਥੇ ਹੀ ਬੈਠਣਗੇ? ਇਹ ਕਿਸ ਦਿਸ਼ਾ 'ਚ ਅੱਗੇ ਵਧੂਗਾ? ਦੇਖੋ, ਸਾਡੀ ਕੁਝ ਕਿਸਾਨ ਆਗੂਆਂ ਨਾਲ ਗੱਲਬਾਤ ਹੋਈ ਬਕਾਇਦਾ ਤੌਰ ਤੇ। ਉਹਨਾਂ ਕਿਹਾ ਵੀ ਅਜੇ ਸਾਡੀ ਸਾਰੀ ਲੀਡਰਸ਼ਿਪ ਦਿੱਲੀ ਨਹੀਂ ਪਹੁੰਚੀ, ਜਦੋਂ ਦਿੱਲੀ ਪਹੁੰਚੇਗੀ ਅਸੀਂ ਗੱਲਬਾਤ ਕਰਕੇ ਇਹਦੇ ਤੇ ਸਟੈਂਡ ਲਵਾਂਗੇ। ਕੀ ਸਟੈਂਡ ਲੈਣਾ? 2 ਤਰ੍ਹਾਂ ਦੇ ਵਿਚਾਰ ਨੇ। ਇੱਕ ਕਹਿੰਦੇ ਵੀ ਬਰਾੜੀ ਜਿਹੜਾ ਜਗ੍ਹਾ ਦੇਤੀ ਹੈ ਕੇਂਦਰ ਸਰਕਾਰ ਨੇ, ਵੀ ਉੱਥੇ ਇਕੱਠ ਕਰ ਲਓ, ਉੱਥੇ ਜਾਵਾਂਗੇ, ਜਾਂ ਇੱਥੇ ਜਾਵਾਂਗੇ। ਇੱਕ ਵਿਚਾਰ ਇਹ ਆ ਵੀ ਕੇਂਦਰ ਸਰਕਾਰ ਬੜੀ ਮੁਸ਼ਕਿਲ ਨਾਲ ਇਸ ਪਾਸੇ ਵੱਲ ਆਈ ਹੈ, ਬੜਾ ਜਿੱਦੀ ਰਵੱਈਆ ਰਿਹਾ ਕੇਂਦਰ ਸਰਕਾਰ ਦਾ, ਇਸ ਕਰਕੇ ਦਿੱਲੀ ਦੀ ਨਾਕੇਬੰਦੀ ਕੀਤੀ ਜਾਵੇ। ਤੇ ਨਾਕੇਬੰਦੀ ਚਾਰੇ ਪਾਸੇ ਕਰਨੀ ਪੈਣੀ ਹੈ ਫਿਰ ਦਿੱਲੀ ਨੂੰ? ਹਜੇ ਦੇਖੋ, ਕਾਫੀ ਵੱਡੀ ਗਿਣਤੀ 'ਚ ਕਿਸਾਨ ਜਿਹੜੇ ਪਹੁੰਚ ਰਹੇ ਆ। ਬਿਲਕੁਲ, ਪਹੁੰਚਣ ਤੋਂ ਬਾਅਦ ਕੱਲ ਤੱਕ ਫੈਸਲਾ ਜਿਹੜਾ ਉਹ ਹੋ ਜਾਏਗਾ ਵੀ ਕੀ ਕਰਨਾ ਜਾਂ ਨਹੀਂ ਕਰਨਾ। ਮਤਲਬ ਇਹ ਗੱਲ ਜਿਹੜੀ ਹੋਏਗੀ ਤੇ ਇਹਦੇ ਤੇ ਫੈਸਲਾ ਹੋਏਗਾ। ਹੁਣ 2 ਵਿਚਾਰ ਨੇ ਵੀ ਬਰਾੜੀ ਬੈਠਾ ਜਾਵੇ, ਉਹ ਤੋਂ ਬਾਅਦ ਗੱਲਬਾਤ ਕੀਤੀ ਜਾਵੇ। ਜੇ ਬਰਾੜੀ ਮਾਮਲਾ ਨਹੀਂ ਹੱਲ ਹੁੰਦਾ ਤਾਂ ਫਿਰ ਸੜਕਾਂ ਤੇ ਆ ਜਾਇਆ ਜਾਵੇ। ਦੂਜਾ ਇਹ ਵੀ ਬੈਠੋ ਉੱਥੇ ਸਿੰਧੂ ਬਾਰਡਰ ਤੇ ਬੈਠੋ, ਦੂਜੇ ਥਾਵਾਂ ਤੇ ਬੈਠੋ, ਜਿਹੜੇ 5 ਨਾਕੇ ਨੇ ਦਿੱਲੀ ਦੇ, ਉਹਨਾਂ ਸਾਰਿਆਂ ਦੇ ਉੱਪਰ ਇਕੱਠ ਕਰੋ, ਉੱਥੇ ਨਾਕੇਬੰਦੀ ਕਰ ਦਿਓ। ਦਿੱਲੀ ਦੇ ਵਿੱਚ ਕੁਝ ਆਉਣ ਨਾ ਦਿਓ, ਜਾਣ ਨਾ ਦਿਓ। ਤੇ ਦਿੱਲੀ ਦੇ ਵਿੱਚ ਕੇਂਦਰ ਸਰਕਾਰ ਨੂੰ ਇਸ ਗੱਲ ਦਾ ਸੇਕ ਲੱਗਣਾ ਚਾਹੀਦਾ। ਇੱਕ ਇਹ ਵਿਚਾਰ ਹੈਗਾ। ਹੁਣ ਇਹਨਾਂ 'ਚੋਂ ਕਿਹੜਾ ਵਿਚਾਰ ਡੋਮੀਨੇਟ ਕਰੇਗਾ, ਕਿਹੜੀ ਗੱਲ ਅੱਗੇ ਕਰੇਗੀ,
ਇਹ ਇਹਦੇ ਤੇ ਦੇਖਣਾ ਹੋਏਗਾ। ਦੂਜੇ ਪਾਸੇ ਕੇਂਦਰ ਸਰਕਾਰ ਦੇ ਜਿਹੜੇ ਰੱਖਿਆ ਮੰਤਰੀ ਰਾਜਨਾਥ, ਉਹਨਾਂ ਨੇ ਵੀ ਗੱਲਬਾਤ ਦਾ ਲਈ ਕਿਹਾ। ਹਰਿਆਣਾ ਦੇ ਮੁੱਖ ਮੰਤਰੀ ਨੇ ਵੀ ਕਿਹਾ। ਜਿਹੜੇ ਤੋਮਰ ਸਾਹਿਬ, ਨਰਿੰਦਰ ਸਿੰਘ ਤੋਮਰ, ਉਹ ਕਹਿੰਦੇ ਵੀ ਅਜੇ ਵੀ ਉਹ ਇਹੀ ਰੱਟ ਲਾਈ ਜਾ ਰਿਹਾ ਵੀ ਜਿਹੜੇ ਬਿੱਲ ਹੈ, ਜਿਹੜੇ ਕਾਨੂੰਨ ਬਣ ਗਿਆ, ਇਹ ਕਿਸਾਨਾਂ ਦੇ ਭਲੇ ਦੇ ਵਿੱਚ। ਪਹਿਲੇ ਦਿਨ ਤੋਂ ਇਹੀ ਰਾਗ ਲਾਪ ਰਹੇ ਨੇ ਹਜੇ ਤੱਕ। ਇਹਦੇ ਬਹੁਤ ਫਾਇਦੇ ਹੋਣਗੇ। ਜੇ ਭਲੇ ਦੇ ਵਿੱਚ ਆ ਫਿਰ ਤੁਸੀਂ ਗੱਲਬਾਤ ਲਈ ਕਾਹਦੇ ਲਈ ਸੱਦਦੇ ਹੋ? ਬਿਲਕੁਲ ਠੀਕ ਗੱਲ ਕਹਿ। ਫਿਰ ਤਾਂ ਤੁਸੀਂ ਇੱਕ ਵੱਖਰੇ ਟਰੈਕ ਦੇ ਉੱਪਰ, ਕਿਸਾਨ ਇੱਕ ਵੱਖਰੇ ਟਰੈਕ ਦੇ ਉੱਪਰ ਹੈ, ਫਿਰ ਤਾਂ ਕੋਈ ਗੱਲਬਾਤ ਦਾ ਮੀਨਿੰਗ ਕੀ ਹੋਏਗਾ? ਇਸ ਕਰਕੇ ਕੇਂਦਰ ਸਰਕਾਰ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ, ਕੋਈ ਆਪਣੀ ਗੱਲਬਾਤ ਕਰਨੀ ਚਾਹੀਦੀ ਹੈ ਵੀ ਅਸੀਂ ਮਾਮਲੇ ਨੂੰ ਕਲਿੰਚ ਕਿੱਥੇ ਕਰਨਾ, ਮਾਮਲੇ ਨੂੰ ਨਿਪਟਾਉਣਾ ਜਾਂ ਇਵੇਂ ਚੱਲਣ ਦੇਣਾ। ਇਹ ਬਲਵਿੰਦਰ ਜੰਮੂ ਜੀ, ਜਿਵੇਂ ਹੁਣ ਕੇਂਦਰ ਸਰਕਾਰ ਨੇ ਬਰਾੜਾ ਜਿਹੜਾ ਮੈਦਾਨ ਹੈ ਉੱਥੇ ਕਿਸਾਨ ਜਥੇਬੰਦੀਆਂ ਨੂੰ ਕਹਿਤਾ ਤੁਸੀਂ ਇਕੱਠ ਕਰ ਸਕਦੇ ਹੋ, ਤੇ ਹਜੇ ਤੱਕ ਕੋਈ ਇਹੋ ਜਿਹਾ ਬਿਆਨ ਕੇਂਦਰ ਸਰਕਾਰ ਦੇ ਕਿਸੇ ਵੀ ਮੰਤਰੀ ਵੱਲੋਂ ਇਹ ਨਹੀਂ ਆਇਆਗਾ ਕਿ ਹਜੇ ਸਾਡੇ ਇਹ ਮੰਤਰੀ ਜਿਹੜੇ ਹੁਣ ਕਿਸਾਨਾਂ ਨੂੰ ਮਿਲਣਗੇ ਜਾਂ ਇਸ ਗੱਲ ਨੂੰ ਅੱਗੇ ਵਧਾਇਆ ਜਾਏਗਾ ਜਾਂ ਅਸੀਂ ਕੀ ਕਰਦੇ ਹਾਂ। ਉਹ ਕੁਝ ਹੁਣ ਇਕੱਠ ਕਰ ਲੈਣਗੇ। ਇਕੱਠ ਤਾਂ ਹਜੇ ਅੱਡ ਥਾਵਾਂ ਤੇ ਵੈਸੇ ਵੀ ਇਹ ਕਿਸਾਨ ਜਥੇਬੰਦੀਆਂ ਦਾ। ਦੇਖੋ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ 3 ਤਰੀਕ ਤੱਕ ਮਾਮਲਾ ਟਾਲਣ ਦੀ ਕੋਈ ਗੱਲ ਨਹੀਂ ਬਣਦੀ। ਤੁਸੀਂ ਫੌਰੀ ਜਿਹੜੇ ਆ ਪੰਜਾਬ ਦੇ ਕਿਸਾਨਾਂ ਨਾਲ ਗੱਲਬਾਤ ਕਰੋ। ਮਤਲਬ ਇਹਨੂੰ ਲਟਕਾਉਣਾ ਕਿਉਂ? ਬਿਲਕੁਲ ਠੀਕ। ਉਹੀ ਮੇਰਾ ਸਵਾਲ ਹੈ ਕਿ ਇਹ ਕੇਂਦਰ ਸਰਕਾਰ ਦਾ ਜਿਹੜਾ ਰਵੱਈਆ ਹੈ, ਹਜੇ ਤੱਕ ਵੀ ਭਾਵੇਂ ਉਹਨਾਂ ਨੇ ਬਰਾੜਾ ਮੈਦਾਨ ਦੀ ਇੱਕ ਅਨੁਮਤੀ ਦਿੱਤੀ ਹੋਵੇ, ਲੇਕਿਨ ਹਜੇ ਵੀ ਉਹ ਇਹ ਮਾਮਲੇ 'ਚ ਟਾਲ ਮਟੋਲ ਦਾ ਸਿਲਸਿਲਾ ਜਾਰੀ ਹੈ ਲੱਗਦਾ। ਦੇਖੋ, ਤੁਸੀਂ ਮਤਲਬ ਕਿਸਾਨਾਂ ਨੂੰ ਮਤਲਬ ਉਹਨਾਂ ਤੇ ਅਥਰੂ ਗਏ ਤੇ ਗੋਲੇ ਛੱਡੇ, ਮਤਲਬ ਪਾਣੀ ਦੀਆਂ ਵਿਛਾੜਾਂ ਮਾਰੀਆਂ, ਫਿਰ ਲਾਠੀ ਚਾਰਜ ਵੀ ਕੀਤਾ, ਸਾਰੇ ਢੰਗ ਤਰੀਕੇ ਵਰਤ ਲਏ ਜਿੰਨੇ ਵੀ ਤੁਹਾਡੇ ਕੋਲ ਸੀਗੇ। ਇੱਕੋ ਇੱਕ ਸੀਗਾ ਵੀ ਤੁਸੀਂ ਇਹ ਤੋਂ ਅੱਗੇ ਫਾਇਰਿੰਗ ਦਾ ਹੁੰਦਾ, ਮਤਲਬ ਲਾਸਟ ਸੀਗਾ ਤੁਹਾਡੇ ਕੋਲ ਰਹਿ ਗਿਆ। ਤੁਸੀਂ ਯਤਨ ਸਾਰੇ ਉਹਨਾਂ ਨੂੰ ਬਰੋਬੀਟ ਕਰਨ ਦੇ ਕੀਤੇ, ਕਿਸਾਨਾਂ ਨੇ ਹੌਸਲਾ ਨਹੀਂ ਹਾਰਿਆ ਤੇ ਉਹ ਪਹੁੰਚ ਗਏ। ਹੁਣ ਜਦਕਿ ਕਿਸਾਨਾਂ ਵੱਲੋਂ ਕੋਈ ਇਹੋ ਜਿਹੇ ਕਾਨੂੰਨ ਦੀ ਉਲੰਘਣਾ ਨਹੀਂ ਹੋਈ, ਉਹ ਆਪਣਾ ਬੜਾ ਸ਼ਾਂਤੀ ਪ੍ਰਿय ਨਾਲ ਜਿਹੜਾ ਹੈ ਉਹ ਆਪਣਾ ਅੰਦੋਲਨ ਅੱਗੇ ਵਧਾ ਰਹੇ ਸੀਗੇ, ਦਿੱਲੀ ਕੂਚ ਕਰ ਰਹੇ ਸੀਗੇ। ਸੰਵਿਧਾਨਿਕ ਅਧਿਕਾਰ ਜੇ ਉਹਨਾਂ ਨੂੰ ਕਿਸੇ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ, ਉਹ ਕੇਂਦਰ ਸਰਕਾਰ ਵੱਲੋਂ ਜ਼ਰੂਰ ਕੀਤੀ ਗਈ ਹੈ। ਹਰਿਆਣਾ ਸਰਕਾਰ ਨੇ ਮੈਕਸਿਮਮ ਜਿਹੜਾ ਨਾ ਉਹ ਇਹਦੇ ਤੇ ਫੋਰਸ ਵਰਤੀ ਆਪਣੀ, ਬਿਲਕੁਲ, ਤੇ ਉਹ ਕਿਸਾਨਾਂ ਨੂੰ ਰੋਕਣ ਦੇ ਵਿੱਚ ਸਫਲ ਨਹੀਂ ਹੋਏ। ਜਦੋਂ ਕੇਂਦਰ ਸਰਕਾਰ ਨੇ ਆਗਿਆ ਦਿੱਤੀ ਵੀ ਹੁਣ ਬਰਾੜੀ ਦੇ ਵਿੱਚ ਇਕੱਠੇ ਹੋ ਸਕਦੇ, ਉਹ ਤੋਂ ਬਾਅਦ ਬੈਰੀਕੇਡ ਖੋਲੇ ਗਏ। ਉਸ ਤੋਂ ਬਾਅਦ ਮਤਲਬ ਸ਼ੰਭੂ ਬੈਰੀਕੇਡ ਲਾਏ ਹੋਏ ਸੀ, ਉਹ ਵੀ ਉਸ ਤੋਂ ਬਾਅਦ ਖੋਲੇ ਗਏ। ਮਤਲਬ ਸਾਰੇ ਪਾਸੋਂ ਬੈਰੀਕੇਡ ਜਿਹੜੇ ਹੁਣ ਹਰਿਆਣੇ ਚੋਂ ਹਟਾਏ ਗਏ ਆ। ਤੇ ਉਸ ਤੋਂ ਪਹਿਲਾਂ ਜਿਹੜਾ ਪੁਲਿਸ ਵੱਲੋਂ, ਹਰਿਆਣਾ ਪੁਲਿਸ ਵੱਲੋਂ ਜਿਹੜਾ ਅੱਡ ਥਾਵਾਂ ਤੇ ਸਾਰੇ ਨਾਕਿਆਂ ਤੇ ਜਿਹੜੀ ਨਾਕਾਬੰਦੀ ਸੀਗੀ, ਉੱਥੇ ਬਲ ਪ੍ਰਯੋਗ ਕਿਸਾਨਾਂ ਵਿਰੁੱਧ ਹੋਇਆ ਹੈ, ਉਹ ਹੁੰਦਾ ਰਿਹਾ। ਬਿਲਕੁਲ ਠੀਕ ਗੱਲ ਕਹਿ ਰਹੇ ਹੋ ਤੁਸੀਂ। ਦੇਖੋ, ਕੇਂਦਰ ਸਰਕਾਰ ਦਾ ਜਿਹੜਾ ਐਟੀਟਿਊਡ ਆ, ਇਹ ਜਿਹੜੀ ਗੱਲ ਹੈ ਨਾ, ਇਹ ਕਿਉਂ ਹੋਇਆ? ਜਿਹੜੇ ਯੂਨੀਅਨ ਹੋਮ ਸੈਕਟਰੀ ਆ, ਉਹਨਾਂ ਨੇ ਬਕਾਇਦਾ 5 ਸੂਬਿਆਂ ਦੇ ਜਿਹੜੇ ਆ ਉਹ ਪੁਲਿਸ ਮੁਖੀ, ਉਹਨਾਂ ਨਾਲ ਗੱਲਬਾਤ ਕੀਤੀ, ਉਹਨਾਂ ਨੂੰ ਕਿਹਾ, ਤੇ ਉਹ ਹਰਿਆਣਾ ਸਰਕਾਰ ਬੀਜੇਪੀ ਦੀ ਆਪਣੀ ਸਰਕਾਰ ਆ, ਇਸ ਕਰਕੇ ਉਹਨਾਂ ਨੇ ਤਾਂ ਕੇਂਦਰ ਤੋਂ ਜੋ ਫਰਮਾਨ ਆਇਆ ਉਹਨੂੰ ਲਾਗੂ ਕਰਨਾ ਸੀਗਾ। ਲਾਗੂ ਕਰਨ ਦੇ ਨਾਲ ਇੱਕ ਗੱਲ ਜ਼ਰੂਰ ਰਹੀ, ਕਿਤੇ ਨਾ ਕਿਤੇ ਇਹ ਕਿਹਾ ਗਿਆ ਵੀ ਘੱਟ ਤੋਂ ਘੱਟ ਜਿਹੜੀ ਆ ਉਹ ਸ਼ਕਤੀ ਦਾ ਵਰਤੋਂ ਕਰੋ, ਮਤਲਬ ਇੰਨੀ ਸ਼ਕਤੀ ਨਹੀਂ ਵਰਤਣੀ ਚਾਹੀਦੀ। ਇਹ ਗੱਲ ਕਹੀ ਗਈ। ਇਸ ਗੱਲ ਦੇ ਕਰਕੇ ਮੇਰਾ ਖਿਆਲ ਲਾਠੀ ਚਾਰਜ ਤੋਂ ਬਚਿਆ ਗਿਆ। ਜੇ ਲਾਠੀ ਚਾਰਜ ਜ਼ਿਆਦਾ ਹੁੰਦਾ ਫਿਰ ਸਥਿਤੀ ਹੋਰ ਜ਼ਿਆਦਾ ਵਿਗੜ ਸਕਦੀ ਸੀ, ਸਥਿਤੀ ਜ਼ਿਆਦਾ ਵਿਗੜਨੀ ਸੀ। ਤੁਸੀਂ ਅੰਦਾਜ਼ਾ ਕਰੋ ਕਿਸਾਨ ਕਿੱਡੀ ਵੱਡੀ ਗਿਣਤੀ ਦੇ ਵਿੱਚ, ਲੱਖਾਂ ਦੀ ਤਾਦਾਦ 'ਚ ਪਹੁੰਚ ਰਹੇ ਨੇ। ਇੱਕ ਗੱਲ ਹੋਰ ਹੋਈ, ਜਦੋਂ ਪੰਜਾਬ ਦੇ ਕਿਸਾਨ ਜਿਹੜੇ ਹਰਿਆਣਾ 'ਚ ਗਏ, ਹਰਿਆਣਾ ਦੇ ਕਿਸਾਨਾਂ ਨੇ ਬਕਾਇਦਾ ਉਹਨਾਂ ਨੇ ਲੰਗਰ ਲਾਏ, ਬਕਾਇਦਾ ਚਾਹ ਦੇ ਲੰਗਰ ਲਾਏ, ਖਾਣੇ ਦੇ ਲੰਗਰ ਲਾਏ, ਪੂਰੀ ਹਿਮਾਇਤ ਕੀਤੀ ਗਈ, ਬਿਲਕੁਲ, ਫਲ ਵੀ ਦਿੱਤੇ ਉਹਨਾਂ ਨੂੰ, ਤੇ ਨਾਲ ਉਹ ਕਿਸਾਨਾਂ ਦੇ, ਪੰਜਾਬ ਦੇ ਕਿਸਾਨਾਂ ਦੇ ਨਾਲ ਵੀ ਤੁਰ ਪਏ। ਬਿਲਕੁਲ, ਮਤਲਬ ਉਹ ਸਾਰੇ ਜਿਹੜੇ ਦਿੱਲੀ ਨੂੰ ਆ ਰਹੇ ਨੇ। ਤੇ ਨਾਲ ਦੀ ਨਾਲ ਜਿਹੜੀ ਹਰਿਆਣਾ ਪ੍ਰਦੇਸ਼ ਕਾਂਗਰਸ ਹੈ, ਸਾਬਕਾ ਜਿਹੜੇ ਮੁੱਖ ਮੰਤਰੀ ਆ ਭੁਪਿੰਦਰ ਸਿੰਘ ਹੁੱਡਾ, ਹਰਿਆਣਾ ਕਾਂਗਰਸ ਦੀ ਪ੍ਰਧਾਨ ਕੁਮਾਰੀ ਸ਼ੈਲਜਾ, ਜਿਹੜੇ ਅਨੈਲੋ ਹੈ, ਜਿਹੜੇ ਹੋਰ ਦਲ ਨੇ ਬੀਜੇਪੀ ਨੂੰ ਛੱਡ ਕੇ, ਉਹਨਾਂ ਨੇ ਸਾਰੇ ਹੀ ਹਿਮਾਇਤ ਕਰ ਰਹੇ ਨੇ ਕਿਸਾਨ ਜਥੇਬੰਦੀਆਂ ਤੇ ਬੀਜੇਪੀ ਨੂੰ ਛੱਡ ਕੇ, ਉਹ ਸਾਰਿਆਂ ਨੇ ਕਿਸਾਨਾਂ ਦੀ ਹਿਮਾਇਤ ਕੀਤੀ ਹੈ। ਉਹਨਾਂ ਕਿਹਾ ਵੀ ਜਿੱਥੇ ਕਿਸਾਨਾਂ ਨੂੰ ਲੋੜ ਪੈਂਦੀ ਆ, ਖਾਣੇ ਦੀ ਲੋੜ ਪਵੇ, ਡਾਕਟਰਾਂ ਦੀ ਲੋੜ ਪਵੇ, ਜੋ ਵੀ ਹੋਵੇ, ਉਹ ਕਿਸਾਨਾਂ ਦੀ ਮਦਦ ਕਰੇ। ਹੁਣੇ ਇੱਕ ਉਹਨਾਂ ਦਾ MLA ਜਿਹੜਾ, ਉਹ ਜਿਹੜੇ ਹਰਿਆਣਾ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨੇ ਗੁਰਨਾਮ ਸਿੰਘ, ਉਹਨਾਂ ਕੋਲ ਗਿਆ, ਉੱਥੇ ਕਹਿ ਕੇ ਆਇਆ ਵੀ ਅਸੀਂ ਜਿਹੜੇ ਆ ਜਦੋਂ ਸਾਡੀ ਸਰਕਾਰ ਆਏਗੀ ਅਸੀਂ ਤਿੰਨੇ ਖੇਤੀ ਬਿੱਲ ਵਾਪਸ ਲਵਾਂਗੇ, ਬਿਲਕੁਲ ਰੱਦ ਕੀਤੇ ਜਾਣਗੇ, ਤੇ ਮਿਨੀਮਮ ਸਪੋਰਟ ਪ੍ਰਾਈਸ ਆ ਜਿਹੜੀ ਘੱਟੋ ਘੱਟ ਭਾਅ ਉਹ ਯਕੀਨੀ ਬਣਾਵਾਂਗੇ। ਇਸ ਦੇ ਨਾਲ ਹੀ ਜਿਹੜਾ ਨਹੀਂ ਦੇਵੇਗਾ ਭਾਅ, ਉਹਦੇ ਖਿਲਾਫ ਸਜ਼ਾ ਦਾ ਪ੍ਰਾਵਧਾਨ ਕਰਾਂਗੇ, ਸਜ਼ਾ ਦਾ ਵਿਵਸਥਾ ਕਰਾਂਗੇ। ਇਹ ਉਹਨਾਂ ਜਿਹੜਾ ਉਹ ਕਿਹਾ,
ਤੇ ਇਸ ਕਰਕੇ ਜਿਹੜਾ ਹੈ ਇਹ ਮਾਮਲਾ ਜਿਹੜਾ ਇਹਦਾ ਸਿੱਧਾ ਨਹੀਂ ਚੱਲ ਰਿਹਾ ਤੇ ਸਾਰੀਆਂ ਪਾਰਟੀਆਂ ਜਿਹੜੀਆਂ ਉਹ ਹਮਾਇਤ ਤੇ ਆ, ਕੇਵਲ ਬੀਜੇਪੀ ਇੱਕ ਪਾਸੇ ਆ, ਅਲੱਗ ਥਲੱਗ ਹੋਈ ਹੈ। ਬਲਵਿੰਦਰ ਜੰਮੂ ਜੀ, ਮੈਨੂੰ ਆ ਲੱਗਦਾ ਹੈ ਹਜੇ ਤੱਕ ਜੇ ਮੌਜੂਦਾ ਸਥਿਤੀ ਦੇਖੀਏ ਬੀਤੇ ਦਿਨਾਂ ਤੋਂ ਹਜੇ ਤੱਕ ਕਿਸਾਨ ਅੰਦੋਲਨ ਜਿਹੜਾ ਤੇਜ਼ੀ ਨਾਲ ਵੱਧਦਾ ਰਿਹਾ ਹੈ। ਅੱਡ ਅੱਡ ਜਿਹੜੇ ਸੂਬਿਆਂ ਦੇ ਜਿਹੜੇ ਕਿਸਾਨ ਨੇ ਉਹ ਪੰਜਾਬ ਦੇ ਕਿਸਾਨਾਂ ਨਾਲ ਰਲੇ ਨੇ, ਉਹਨਾਂ ਨਾਲ ਅੱਗੇ ਵਧੇ ਨੇ, ਉਹਨਾਂ ਦੀ ਪੂਰੀ ਜਿਹੜੀ ਹੈ ਉਹਨਾਂ ਦੇ ਬੰਦੋਬਸਤ ਕੀਤੇ ਜਾ ਰਹੇ ਨੇ ਨਾਲ ਹੀ ਨਾਲ। ਲੇਕਿਨ ਜੇਕਰ ਹਰਿਆਣਾ ਸਰਕਾਰ ਤੇ ਕੇਂਦਰ ਸਰਕਾਰ ਉਹਨਾਂ ਦੇ ਪੱਧਰ ਤੇ ਕੋਈ ਇਹੋ ਜਿਹਾ ਉਪਰਾਲਾ ਅਜੇ ਨਹੀਂ ਕੀਤਾ ਗਿਆ ਕਿ ਇਹ ਸਮੱਸਿਆ ਦਾ ਕੋਈ ਸਥਾਈ ਹੱਲ ਲੱਭਣਾ ਹੈ, ਉਹਨਾਂ ਵੱਲੋਂ ਕੋਈ ਇਹੋ ਜਿਹੀ ਅੱਗੇ ਕਦਮ ਚੁੱਕਿਆ ਹੀ ਨਹੀਂ ਗਿਆ, ਤੇ ਤੁਹਾਨੂੰ ਕੀ ਲੱਗਦਾ ਹੁਣ ਦਿੱਲੀ ਬੈਠ ਗਏ ਨੇ ਜਾ ਕੇ, ਦਿੱਲੀ ਦੇ ਬਿਲਕੁਲ ਜਿਹੜੇ ਦਾਖਲ ਹੋਣ ਦੀ ਪੂਰੀ ਪੋਜੀਸ਼ਨ 'ਚ ਬੈਠੀਆਂ ਕਿਸਾਨ ਜਥੇਬੰਦੀਆਂ ਆਪਣੇ ਆਗੂਆਂ ਦੇ ਇੱਕ ਦਿਸ਼ਾ ਨਿਰਦੇਸ਼ ਦੀ ਅਗਲੀ ਉਹ ਉਡੀਕ ਕਰ ਰਹੇ ਨੇ, ਤੇ ਹਜੇ ਇਹ ਅੰਦੋਲਨ ਮੈਨੂੰ ਲੱਗਦਾ ਦਿੱਲੀ ਦਾ ਜਿਵੇਂ ਹੁਣ 64ਵਾਂ ਦਿਨ ਮੇਰਾ ਖਿਆਲ ਹੈ ਅੱਜ ਹੈ, ਤੇ ਉਸ ਤੋਂ ਬਾਅਦ ਇਹ ਬਹੁਤਾ ਅੱਗੇ ਤੱਕ ਚੱਲਣਾ ਹੈ ਕਿਉਂਕਿ ਹਜੇ ਤੱਕ ਕੇਂਦਰ ਸਰਕਾਰ ਵੱਲੋਂ ਕੋਈ ਇਹੋ ਜਿਹਾ ਕਦਮ ਨਹੀਂ ਚੱਕਿਆ ਗਿਆ ਕਿ ਇਹ ਅੰਦੋਲਨ ਇੱਥੇ ਹੀ ਸ਼ਾਂਤ ਕੀਤਾ ਜਾਵੇ। ਦੇਖੋ ਜਿਹੜੇ ਜੋਗਿੰਦਰ ਯਾਦਵ ਨੇ ਉਹਨਾਂ ਨੂੰ ਅਰੈਸਟ ਕੀਤਾ, ਗ੍ਰਿਫਤਾਰੀ ਕੀਤੀ ਗਈ, ਬਿਲਕੁਲ ਅੱਜ ਰਿਹਾ ਹੋਏ, ਉਹਨਾਂ ਨੇ ਇਹਦੇ ਤੇ ਕੋਈ ਟਿੱਪਣੀਆਂ ਕੀਤੀਆਂ, ਉਹਨਾਂ ਦੀਆਂ ਟਿੱਪਣੀਆਂ ਕਾਫੀ ਅਹਿਮ ਨੇ। ਉਹਨਾਂ ਕਿਹਾ ਵੀ ਅਜੇ ਤਾਂ ਸਰਕਾਰ ਸਾਨੂੰ ਹੀ ਪੜਾਉਣ ਲੱਗੀ ਹੋਈ ਵੀ ਐਕਟ ਚੰਗੇ ਨੇ, ਜਿਹੜੇ ਕਾਨੂੰਨ ਬਿਹਤਰ ਹੈ, ਤੇ ਕਿਸਾਨ ਕਿੱਦਾਂ ਸਮਝੂਗਾ। ਮਤਲਬ ਜੇ ਇਹ ਭਾਵਨਾ ਹੈ ਤਾਂ ਫਿਰ ਗੱਲਬਾਤ ਕੀ ਹੋਏਗੀ। ਬਿਲਕੁਲ ਠੀਕ ਗੱਲ। ਉਹਨਾਂ ਕਿਹਾ ਗੱਲਬਾਤ ਸ਼ੁਰੂ ਕਰਨੀ ਚਾਹੀਦੀ ਹੈ, ਗੱਲਬਾਤ ਕੇਂਦਰ ਸਰਕਾਰ ਨੂੰ ਤੋੜਨੀ ਚਾਹੀਦੀ ਹੈ, ਗੱਲਬਾਤ ਦੇ ਟੇਬਲ ਤੇ ਆਉਣਾ ਚਾਹੀਦਾ, ਤੇ ਇਹ ਗੱਲ ਸੋਚ ਕੇ ਆਉਣਾ ਚਾਹੀਦਾ ਵੀ ਕੀ ਕਰਨਾ ਕੀ ਹੈ। ਉਹ ਸਰਕਾਰ ਤਿਆਰ ਨਹੀਂ ਨਹੀਂ, ਇਹਦੇ ਤੇ ਨਹੀਂ ਤਿਆਰ ਹੋਣਾ ਪਏਗਾ। ਬਿਲਕੁਲ। ਜਿੰਨਾ ਦੇਖੋ ਪੰਜਾਬ ਦਾ ਕਿਸਾਨ, ਹਰਿਆਣੇ ਦਾ ਕਿਸਾਨ, 6 ਸੂਬਿਆਂ ਦੇ ਕਿਸਾਨ ਦਿੱਲੀ ਜੁਟ ਗਏ ਨੇ। 6 ਸੂਬਿਆਂ ਦੇ ਕਿਸਾਨ ਜਿਹੜੇ ਆ ਉਹ ਖਾਲੀ ਹੱਥ ਤਾਂ ਮੁੜਨ ਨਹੀਂ ਲੱਗੇ। ਬਿਲਕੁਲ। ਉਹਨਾਂ ਨੂੰ ਤੁਹਾਡੇ ਕੋਲ ਜੇਲ੍ਹਾਂ ਦੀ ਵੀ ਇੰਨੀ ਥਾਂ ਨਹੀਂ ਹੈਗੀ ਵੀ ਤੁਸੀਂ ਜੇਲ੍ਹਾਂ 'ਚ ਰੱਖ ਸਕੋ। ਬਰਾੜੀ ਦਾ ਜਿਹੜਾ ਜਗ੍ਹਾ ਉਹ ਵੀ ਛੋਟੀ ਪੈ ਜਾਏਗੀ ਤੇ ਜਿੱਥੇ ਹੁਣ ਰੁਕ ਗਏ ਆ, ਤੇ ਜੇ ਕੱਲ ਨੂੰ ਨਾਕੇਬੰਦੀ ਹੋ ਜਾਂਦੀ ਹੈ ਫਿਰ ਕੀ ਹੋਏਗਾ। ਬਿਲਕੁਲ ਠੀਕ ਗੱਲ ਕਹਿ ਰਹੇ ਹੋ। ਇਸ ਕਰਕੇ ਕੇਂਦਰ ਸਰਕਾਰ ਨੂੰ ਇੰਨਾ ਮਤਲਬ ਅੜੀ ਜਿਹੜੀ ਜਿੱਦ ਹੈ ਉਹਦੇ ਤੋਂ ਬਲਵਿੰਦਰ ਜੰਮੂ ਜੀ, ਜੇ ਅੰਦਰੂਨੀ ਗੱਲ ਕਰੀਏ ਹੁਣ ਜਿਵੇਂ ਕੇਂਦਰ ਸਰਕਾਰ ਨੇ ਜਦ ਕਿਸਾਨ ਸਾਰੇ ਦਿੱਲੀ ਦੀ ਸੀਮਾ 'ਚ ਪਹੁੰਚ ਗਏ ਨੇ, ਉੱਥੇ ਉਹਨਾਂ ਨੇ ਮੋਰਚਾ ਲਾ ਲਿਆ, ਉਸ ਵੇਲੇ ਤੁਰੰਤ ਜੇ ਤੁਸੀਂ ਦੇਖੋ ਉਸ ਵੇਲੇ ਹਜੇ ਤੱਕ ਕੋਈ ਇਹੋ ਜਿਹੀ ਸੁਗਬੁਗਾਹਟ ਵੀ ਨਹੀਂ ਸੀਗੀ, ਤੇ ਤੁਰੰਤ ਉਹਨਾਂ ਨੂੰ ਬਰਾੜਾ ਮੈਦਾਨ ਜਿਹੜਾ ਉਹਨਾਂ ਨੂੰ ਕਹਿਤਾ ਬਈ ਤੁਸੀਂ ਇੱਥੇ ਇਕੱਠ ਕਰ ਲਓ। ਇਹ ਕਿਤੇ ਨਾ ਕਿਤੇ ਕੋਈ ਕਿਸੇ ਤਰ੍ਹਾਂ ਦਾ ਜਿਹੜਾ ਉਹਨਾਂ ਨੂੰ ਹਨੇਰੇ 'ਚ ਰੱਖਣ ਦੀ ਜਿਹੜੀ ਹੈ ਕੋਸ਼ਿਸ਼ ਤਾਂ ਨਹੀਂ ਕੀਤੀ ਜਾ ਰਹੀ ਕੇਂਦਰ ਸਰਕਾਰ ਵੱਲੋਂ। ਨਹੀਂ, ਇਸ ਮੁੱਦੇ ਤੇ ਜਿਹੜੇ ਕਿਸਾਨ ਸੀ ਉਹਨਾਂ ਬਕਾਇਦਾ ਇੱਕ PM ਨੂੰ ਚਿੱਠੀ ਲਿਖੀ ਸੀ ਅੱਜ ਸਵੇਰੇ ਜੀ। ਉਹ ਚਿੱਠੀ ਸਾਡੇ ਕੋਲ ਵੀ ਆਈ ਹੈ। ਬਿਲਕੁਲ। ਉਸ ਤੋਂ ਬਾਅਦ ਕੁਝ ਅਗਲੀ ਸਰਗਰਮੀ ਜਿਹੜੀ ਆ ਹੋਈ ਹੈ, ਤੋ ਇਸ ਕਰਕੇ ਅਸੀਂ ਇਸ ਗੱਲ ਦੇ ਵਿੱਚ ਨਹੀਂ ਜਾਂਦੇ ਵੀ ਕੌਣ ਪਹਿਲ ਕਰ ਰਿਹਾ ਕੌਣ ਦੂਜ ਕਰ ਰਿਹਾ, ਅਸੀਂ ਇਸ ਗੱਲ ਦੇ ਵਿੱਚ ਨਹੀਂ ਜਾਣਾ ਚਾਹੁੰਦੇ। ਬਿਲਕੁਲ। ਸਾਡਾ ਜਿਹੜਾ ਮੰਨਣਾ, ਜਿਹੜੀ ਗੱਲ ਨੂੰ ਅਸੀਂ ਮੰਨਦੇ ਹਾਂ, ਜਿਹੜੀ ਗੱਲ ਸਾਨੂੰ ਵਾਜਬ ਲੱਗਦੀ ਹੈ ਵੀ ਇਹਨਾਂ ਤਿੰਨਾਂ ਖੇਤੀ ਬਿੱਲਾਂ ਦਾ, ਖੇਤੀ ਕਾਨੂੰਨਾਂ ਦਾ ਕੇਂਦਰ ਸਰਕਾਰ ਨੂੰ ਕੋਈ ਨਾ ਕੋਈ ਹੱਲ ਕੱਢਣਾ ਪਏਗਾ। ਹੱਲ ਕੱਢੇ ਬਿਨਾ ਗੁਜ਼ਾਰਾ ਨਹੀਂ ਹੋਣਾ। ਗੱਲ ਜਿਹੜੀ ਆ ਕਿਸੇ ਕਿਨਾਰੇ ਲਾਉਣੀ ਪੈਗੀ। ਜਿੱਡਾ ਜੋਸ਼ ਹੈ, ਜਿੱਡਾ ਕਿ ਮੇਰਾ ਖਿਆਲ ਪਹਿਲੀ ਵਾਰੀ ਇਸ ਕਿਸਮ ਦਾ ਅੰਦੋਲਨ ਹੋਇਆ ਜਿਹਦੇ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਕਿਸਾਨ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੌਜਵਾਨ ਤੇ ਔਰਤਾਂ ਸ਼ਾਮਿਲ, ਲੱਖਾਂ ਦੀ ਗਿਣਤੀਆਂ ਕੁੱਲ ਮਿਲਾ ਕੇ ਹੋਈ ਹੈ। ਬਿਲਕੁਲ। ਜਿਹਦੇ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ, ਯੂਪੀ, ਉੱਤਰਾਖੰਡ, ਇਹ ਗੁਆਂਢੀ ਸੂਬੇ ਨੇ। ਬਿਲਕੁਲ। ਇਹਨਾਂ ਤੋਂ ਇਲਾਵਾ ਹੋਰ ਸੂਬਿਆਂ ਤੋਂ ਵੀ ਕਿਸਾਨ ਜਿਹੜੇ ਆ ਰਹੇ ਆ, ਸਮਰਥਨ ਮਿਲ ਰਿਹਾ। ਹਾਂ, ਇਹ ਕਿਸਾਨ ਜਿਹੜਾ ਅੰਦੋਲਨ ਹੈ ਇਹ ਇਕੱਲਾ ਇਹਨਾਂ 2 ਸੂਬਿਆਂ ਤੱਕ ਨਹੀਂ ਰਹਿ ਗਿਆ, ਦੇਸ਼ ਦੇ ਵਿੱਚ ਫੈਲ ਰਿਹਾ। ਕਿਤੇ ਘੱਟ ਹੈ, ਕਿਤੇ ਵੱਧ ਹੈ। ਪੰਜਾਬ ਇਹਦਾ ਲੀਡਰ ਹੈ। ਪੰਜਾਬ ਨੇ ਅਗਵਾਈ ਲਈ ਹੈ, ਪੰਜਾਬ ਦੀ ਲੀਡਰਸ਼ਿਪ ਨੇ ਅਗਵਾਈ ਲਈ ਹੈ, ਪੰਜਾਬ ਨੇ ਇਹਨੂੰ ਪੀਸਫੁਲ ਰੱਖਿਆ, ਸਾਰਾ ਕੁਝ ਠੀਕ ਢੰਗ ਨਾਲ ਚਲਾਇਆ। ਬਿਲਕੁਲ। ਤੇ ਇਸ ਕਰਕੇ ਇਹ ਅੰਦੋਲਨ ਜਿਹੜਾ ਹੈ, ਇਹ ਜਿਹੜੇ ਲੀਡਰਸ਼ਿਪ ਵੀ ਹੈ, ਇਹ ਲੀਡਰਸ਼ਿਪ ਲਈ ਵੀ ਇੱਕ ਚੁਣੌਤੀ ਹੈ ਜਿਹੜੀ ਕਿਸਾਨਾਂ ਦੀ ਲੀਡਰਸ਼ਿਪ ਹੈ। ਜੇ ਕਿਸਾਨਾਂ ਦੀ ਲੀਡਰਸ਼ਿਪ ਜੇ ਕੋਈ ਗੱਲ ਨਹੀਂ ਮਨਵਾਉਂਦੀ ਤੇ ਅੰਦੋਲਨ ਉਹਨਾਂ ਤੋਂ ਬਾਹਰ ਹੋ ਸਕਦਾ ਹੈ। ਬਿਲਕੁਲ ਤੇਜ਼ ਹੋ ਸਕਦਾ ਹੈ। ਇਸ ਕਰਕੇ ਉਹਨਾਂ ਲਈ ਵੀ ਇੱਕ ਬਹੁਤ ਵੱਡੀ ਹੈਡੇਕ ਹੈ। ਉਹ ਕੇਵਲ 2 ਗੱਲਾਂ ਮੈਂ ਕਹਿਣਾ ਚਾਹੁੰਦਾ। ਇਹਨਾਂ ਨੇ ਫੈਸਲਾ ਕੀਤਾ ਸੀ ਕਿਸਾਨ ਲੀਡਰਸ਼ਿਪ ਨੇ ਵੀ ਜਿੱਥੇ ਸਾਨੂੰ ਰੋਕਣਗੇ ਉੱਥੇ ਅਸੀਂ ਰੁਕ ਜਾਵਾਂਗੇ, ਉੱਥੇ ਅਸੀਂ ਧਰਨਾ ਦੇਵਾਂਗੇ। ਪਰ ਇਹਨਾਂ ਨੇ ਸ਼ੰਭੂ ਬਾਰਡਰ ਤੇ ਯਤਨ ਕੀਤਾ, ਨਹੀਂ ਕਿਸਾਨ ਰੁਕੇ, ਉਹਨਾਂ ਬੈਰੀਕੇਡ ਤੋੜੇ, ਅੱਗੇ ਵਧ ਗਏ। ਸਿੰਧੂ ਬਾਰਡਰ ਤੇ ਉਦਾਂ ਕੀਤਾ, ਉੱਥੇ ਵੀ ਨਹੀਂ ਰੁਕੇ। ਬਿਲਕੁਲ ਨਹੀਂ। ਉਹ ਤੋਂ ਅੱਗੇ ਜਿਹੜਾ ਅਗਰਾਹਾਂ ਗਰੁੱਪ ਹੈ, ਭਾਰਤੀ ਕਿਸਾਨ ਯੂਨੀਅਨ ਅਗਰਾਹਾਂ, ਬਿਲਕੁਲ ਏਕਤਾ ਅਗਰਾਹਾਂ, ਉਹਨਾਂ ਨੇ ਯਤਨ ਕੀਤਾ ਵੀ ਡੱਬ ਵਾਲੀ ਤੇ ਖਨੌਰੀ ਰੋਕ ਲਿਆ ਜਾਵੇ। ਕਿਸਾਨ ਰੁਕ ਗਏ, ਪਰ ਉੱਥੇ ਇੱਕ ਇਹ ਗੱਲਬਾਤ ਹੁੰਦੀ ਰਹੀ
ਵੀ ਸਾਨੂੰ ਲਿਆਂਦਾ ਤੁਸੀਂ ਦਿੱਲੀ ਜਾਣ ਲਈ, ਅਸੀਂ ਇੱਥੇ ਨਹੀਂ ਕਿਉਂ ਰੁਕਣਾ। ਬੈਠੀਏ? ਬਿਲਕੁਲ ਠੀਕ। ਯੂਥ ਜਿਹੜਾ ਨੌਜਵਾਨ ਸੀਗਾ ਉਹਨਾਂ ਨੇ ਬਕਾਇਦਾ ਕੰਪੈਲ ਕੀਤਾ। ਉਹ ਤੋਂ ਬਾਅਦ ਕੱਲ ਉਹਨਾਂ ਦੀ ਮੀਟਿੰਗ ਹੋਈ। ਮੀਟਿੰਗ ਤੋਂ ਬਾਅਦ ਉਹਨਾਂ ਨੇ ਸਾਡੇ ਨਾਲ ਵੀ ਗੱਲ ਕੀਤੀ, ਜਿਹੜੇ ਉਹਨਾਂ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਨੇ, ਉਹਨਾਂ ਨੇ ਗੱਲਬਾਤ ਕਰਕੇ ਕਿਹਾ ਵੀ ਅਸੀਂ ਕੱਲ 11 ਵਜੇ ਚੱਲਾਂਗੇ, ਜਿੰਨੇ ਵੀ ਬੈਰੀਕੇਡ ਆਉਣਗੇ ਉਹਨਾਂ ਨੂੰ ਤੋੜਾਂਗੇ, ਉਹਨਾਂ ਨੂੰ ਲਾਂਭੇ ਕਰਦੇ ਹੋਏ ਦਿੱਲੀ ਪਹੁੰਚਾਂਗੇ। ਬਿਲਕੁਲ ਇਹ ਇੱਕ ਦਬਾਅ ਹੈਗਾ ਲੀਡਰਸ਼ਿਪ ਦੇ ਉੱਪਰ। ਬਿਲਕੁਲ ਇਸ ਕਰਕੇ ਇਸ ਲੀਡਰਸ਼ਿਪ ਨੇ ਜਿਹਨੇ ਹੁਣ ਤੱਕ ਸਫਲਤਾਪੂਰਵਕ ਚਲਾਇਆ, ਅੱਗੇ ਵੀ ਉਹਨਾਂ ਤੇ ਦਬਾਅ ਰਹੇਗਾ। ਇਹਦੇ ਵਿੱਚ ਕੁਝ ਕਾਹਲ ਕਰਨ ਵਾਲੇ ਵੀ ਸੱਜਣ ਹੈਗੇ ਆ, ਇਸ ਕਰਕੇ ਉਹਨਾਂ ਨੂੰ ਵੀ ਸ਼ਾਂਤ ਰੱਖਣਾ ਪਏਗਾ। ਸਾਰਿਆਂ ਦੀਆਂ ਭਾਵਨਾਵਾਂ ਸ਼ਾਂਤ ਰੱਖਣੀਆਂ ਪੈਣਗੀਆਂ। ਬਿਲਕੁਲ ਬਿਲਕੁਲ ਬਿਨਾਂ ਕਾਨੂੰਨਾਂ ਦੇ ਵਾਪਸ ਲਏ ਜਾਂ ਕੋਈ ਕਮੇਟੀ ਬਣਾ ਕੇ ਕੋਈ ਕੰਮ ਨਹੀਂ ਚੱਲਣਾ। ਬਾਕੀ ਉਹਨਾਂ ਦੀ ਲੀਡਰਸ਼ਿਪ ਹੈਗੀ, ਮਤਲਬ ਸਿਆਣੀ ਲੀਡਰਸ਼ਿਪ ਹੈ। ਉਹ ਕੀ ਫੈਸਲੇ ਲੈਂਦੀ ਆ, ਕਿਵੇਂ ਇਹਨੂੰ ਹੋਰ ਰੂਪ ਦਿੰਦੀ ਆ, ਕਿਵੇਂ ਇਹ ਪ੍ਰੋਟੈਸਟ ਨੂੰ ਕਿਸਾਨ ਘੱਟੋ ਘੱਟ 3-3 4-4 ਮਹੀਨਿਆਂ ਦਾ ਰਾਸ਼ਨ ਨਾਲ ਲੈ ਕੇ ਆਏ ਆ। ਦੂਜੀ ਗੱਲ, ਜਿਹੜੇ ਕਿਸਾਨ ਦਿੱਲੀ ਗਏ ਤੇ ਜਿਹੜੇ ਪਿੰਡਾਂ 'ਚ ਹੋਰ ਕਿਸਾਨ ਰਹਿ ਗਏ, ਉਹਨਾਂ ਨੇ ਇਹ ਵੀ ਭਰੋਸਾ ਦਿੱਤਾ ਵੀ ਕਣਕ ਨੂੰ ਪਾਣੀ ਵੀ ਲਾਵਾਂਗੇ, ਖਾਦ ਵੀ ਅਸੀਂ ਪਾਵਾਂਗੇ, ਹੋਰ ਜ਼ਿੰਮੇਵਾਰੀਆਂ ਵੀ ਚੁੱਕਾਂਗੇ। ਇਸ ਕਰਕੇ ਜਿੰਨਾ ਚਿਰ ਗੱਲ ਮੰਨੀ ਨਹੀਂ ਜਾਂਦੀ, ਸੁਣੀ ਨਹੀਂ ਜਾਂਦੀ, ਉਹਨਾਂ ਚਿਰ ਤੁਸੀਂ ਵਾਪਸ ਨਹੀਂ ਆਉਣਾ। ਇਹ ਤੋਂ ਅੰਦਾਜ਼ਾ ਕੀਤਾ ਜਾ ਸਕਦਾ ਵੀ ਕਿਸਾਨ ਕਿੰਨਾ ਡਿਟਰਮਨ ਹੈ, ਕਿੰਨਾ ਦ੍ਰਿੜ ਇਰਾਦੇ ਨਾਲ ਜਿਹੜਾ ਇਸ ਵਾਰੀ ਅੰਦੋਲਨ 'ਚ ਕੁੱਦਿਆ। ਤੇ ਇਹ ਜਿਹੜੀ ਹੈ ਨਾ ਇੱਕ ਮਾਸ ਮੂਵਮੈਂਟ ਜਿਹੜੀ ਆ ਬਣ ਗਈ ਹੈ। ਤੇ ਇਸ ਮਾਸ ਮੂਵਮੈਂਟ ਨੂੰ ਐਵੇਂ ਜਿਹੜਾ ਝਕਾਨੀ ਦੇ ਕੇ ਕੋਈ ਐਵੇਂ ਫਜ਼ੂਲ ਦੀਆਂ ਗੱਲਾਂ ਕਰਕੇ ਨਹੀਂ ਟਾਲਿਆ ਜਾ ਸਕਦਾ। ਇਹਦੇ ਵਿੱਚ ਠੋਸ ਨਤੀਜੇ ਜਿਹੜੇ ਆ ਉਹ ਆਉਣੇ ਚਾਹੀਦੇ। ਉਹ ਤੋਂ ਬਿਨਾਂ ਕੋਈ ਗੱਲ ਜਿਹੜੀ ਆ ਕਿਸੇ ਕਿਨਾਰੇ ਨਹੀਂ ਲੱਗਣੀ। ਇਸ ਕਰਕੇ ਜਿਹੜੀ ਲੀਡਰਸ਼ਿਪ ਆ ਕਿਸਾਨਾਂ ਦੀ, ਉਹ ਜਿਹੜੀ ਆ ਉਹ ਆਪਣੇ ਸਿੰਧੂ ਬਾਰਡਰ ਤੇ ਰੋਕ ਲਏ, ਦੂਜੇ ਤੇ ਰੋਕ ਲਏ, ਪੰਜੇ ਨਾਕਿਆਂ ਤੇ ਰੋਕ ਲਏ। ਉਹਨਾਂ ਦੇ ਉੱਪਰ ਇੱਕ ਐਸੀ ਜ਼ਿੰਮੇਵਾਰੀ ਆ ਗਈ ਆ ਕਿ ਉਹ ਕਿਸਾਨਾਂ ਨੂੰ ਵੀ ਸਹਿਮਤ ਕੀਤੇ ਬਿਨਾਂ ਵਾਪਸ ਨਹੀਂ ਮੁੜ ਸਕਦੀ। ਇਸ ਕਰਕੇ ਜਿਹੜਾ 7 ਦਿਨਾਂ ਦਾ ਹੋਣ, 10 ਦਿਨ ਲਾ ਦੇਣ, 15 ਦਿਨ ਲਾ ਦੇਣ, ਮਹੀਨਾ ਲਾ ਦੇਣ, ਕਿਸਾਨ ਮੁੜਨ ਵਾਲੇ ਕਿਸਾਨ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਉਹਨਾਂ ਕੋਲ ਜਿਹੜਾ ਸਾਜ਼ੋ ਸਮਾਨ ਪੂਰਾ ਹੈ। ਉਹ 4-6 ਮਹੀਨਿਆਂ ਦਾ ਜਿਹੜਾ ਆਪਣਾ ਖਾਣ ਪੀਣ ਦਾ ਪ੍ਰਬੰਧ ਕਰਕੇ ਆਏ ਨੇ। ਸਾਰੀ ਚੀਜ਼ਾਂ ਉਹਨਾਂ ਕੋਲ ਹੈਗੀਆਂ ਨੇ। ਨਾਲ ਇਸੇ ਕਰਕੇ ਜਿਹੜੇ ਹੁਣ ਦੂਜੇ ਪੱਖ ਦੇ ਜਿਹੜੇ ਦੂਜੇ ਸਿਆਸੀ ਦਲਾਂ ਦੇ ਜਿਹੜੇ ਮੰਤਰੀ ਨੇ ਤੇ ਨੇਤਾ ਨੇ, ਉਹ ਸਾਰੇ ਹੁਣ ਰਲੇ ਨੇ। ਹੁਣ ਕਿਸਾਨਾਂ ਦੇ ਹਿਮਾਇਤੀ ਬਣ ਕੇ ਉਹਨਾਂ ਦੇ ਪੱਖ ਦੀ ਗੱਲ ਕਰ ਰਹੇ ਨੇ। ਸਿਰਫ ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰ ਨੂੰ ਛੱਡ ਕੇ, ਕਿਉਂਕਿ ਉੱਥੇ ਵੀ ਹਰਿਆਣਾ ਸਰਕਾਰ 'ਚ ਵੀ ਭਾਜਪਾ ਸਰਕਾਰ ਹੈ, ਤੇ ਜੇ ਇਹਨਾਂ ਨੂੰ ਛੱਡ ਦਈਏ ਤੇ ਸਾਰੇ, ਭਾਵੇਂ ਕਾਂਗਰਸ ਹੋਵੇ ਭਾਵੇਂ ਅਕਾਲੀ ਹੋਣ, ਤੇ ਸਾਰੇ ਜਿਹੜੇ ਦਲ ਨੇ ਸਿਆਸੀ, ਉਹਨਾਂ ਦੇ ਮੰਤਰੀ, ਉਹ ਸਾਰੇ ਕਿਸਾਨ ਪੱਖੀ ਗੱਲ ਕਰ ਰਹੇ ਨੇ। ਬਸ ਜੇਕਰ ਸਿਰਫ ਨਹੀਂ ਕਰੇ, ਉਹ ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰ ਕਿਸਾਨਾਂ ਦੇ ਵੱਲ ਦੀ ਗੱਲ ਨਹੀਂ ਕਰ ਰਹੀ ਤੇ ਕਿਸਾਨ ਇਸ ਬਾਰੇ ਅੜੇ ਹੋਏ ਨੇ। ਹਰਿਆਣਾ ਦੇ ਮੁੱਖ ਮੰਤਰੀ ਨੇ ਵੀ ਅੱਜ ਗੱਲਬਾਤ ਦਾ ਸੱਦਾ ਦਿੱਤਾ, ਜਦੋਂ ਕਿ ਉਹਨਾਂ ਦੀ ਵੈਸੇ ਬਹੁਤੀ ਲੋਕਲ ਸਟੈਂਡ ਆਈ ਨਹੀਂ ਬਣਦੀ। ਬਿਲਕੁਲ ਉਹ ਇਸ ਕਰਕੇ ਨਹੀਂ ਬਣਦੀ। ਇਹ ਗੱਲਬਾਤ ਜਿਹੜੀ ਆ ਇਹ ਕੇਂਦਰ ਸਰਕਾਰ ਨੇ ਕਰਨੀ। ਬਿਲਕੁਲ ਠੀਕ ਕਹਿ ਰਹੇ ਹੋ। ਕੇਂਦਰ ਸਰਕਾਰ ਹੁਣ ਜੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਅੱਗੇ ਲਾਉਂਦੀ ਹੈ ਤੇ ਉਹ ਕੋਈ ਕੰਕਰੀਟ ਪ੍ਰਪੋਜ਼ਲ ਲੈ ਕੇ ਆਉਂਦੇ, ਕੋਈ ਠੋਸ ਸੁਝਾਅ ਲੈ ਕੇ ਆਉਂਦੇ, ਤਾਂ ਹੀ ਗੱਲਬਾਤ ਹੋਏਗੀ। ਅਦਰਵਾਈਜ਼ ਨਾਅਰੇਬਾਜ਼ੀ ਹੋਏਗੀ, ਨਾਕੇਬੰਦੀ ਹੋਏਗੀ। ਇਸ ਪਾਸੇ ਵੱਲ ਨੂੰ ਸਾਨੂੰ ਇਹ ਅੰਦੋਲਨ ਵੱਧਦਾ ਲੱਗਦਾ। ਇਸ ਕਰਕੇ ਕਿ ਦਿੱਲੀ ਦੀ ਨਾਕੇਬੰਦੀ ਹੋਵੇ ਤੇ ਆਮ ਜਨਤਾ ਨੂੰ ਉਹਦਾ ਨੁਕਸਾਨ ਹੋਵੇ, ਇਹ ਗੱਲ ਜਿਹੜੀ ਹੈ। ਤੇ ਜੰਮੂ ਜੀ ਜਿਹੜੇ ਹਰਿਆਣਾ ਸਰਕਾਰ ਦੇ ਜਿਹੜੇ ਹਰਿਆਣਾ ਦੇ ਮੁੱਖ ਮੰਤਰੀ ਨੇ ਮਨੋਹਰ ਲਾਲ ਖੱਟਰ ਜੀ, ਤੇ ਉਹਨਾਂ ਨੇ ਹੁਣ ਜਾ ਕੇ ਕਿਹਾ ਕਿ ਗੱਲਬਾਤ ਕਰਨੀ ਚਾਹੀਦੀ ਹੈ, ਅੱਗੇ ਵਧਣਾ ਚਾਹੀਦਾ ਹੈ। ਜਦ ਕੇਂਦਰ ਸਰਕਾਰ ਤੋਂ ਜਦ ਤੱਕ ਫੈਸਲਾ ਨਹੀਂ ਹੋਇਆ ਸੀਗਾ ਬਰਾੜਾ ਮੈਦਾਨ ਦਾ, ਜਦ ਤੱਕ ਕਿਸਾਨ ਜਥੇਬੰਦੀਆਂ ਤੇ ਕਿਸਾਨਾਂ ਤੇ ਜਿਹੜੀ ਇਹ ਪਾਣੀ ਦੀ ਬਸ਼ਾਰਾਂ ਕੀਤੀਆਂ ਜਾ ਰਹੀਆਂ ਸੀਗੀਆਂ, ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਸੀਗੇ, ਜਦ ਤੱਕ ਇਹੋ ਜਿਹੀ ਕੋਈ ਸਟੇਟਮੈਂਟ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਆਈ ਨਹੀਂ ਸੀਗੀ। ਤੇ ਹੁਣ ਜਾ ਕੇ ਉਹਨਾਂ ਨੇ ਇਹ ਗੱਲ ਕਹੀ। ਦੇਖੋ ਖੱਟੜ ਸਾਹਿਬ ਵੀ ਇਹੀ ਕਹਿੰਦੇ ਰਹੇ, ਇਹ ਕਿਸਾਨ ਜਿਹੜੇ ਤਿੰਨੇ ਕਾਨੂੰਨ ਨੇ ਇਹ ਕਿਸਾਨਾਂ ਦੇ ਭਲੇ 'ਚ ਹੈ, ਇਹਦੇ ਨਾਲ ਕਿਸਾਨਾਂ ਲਈ ਇੰਪਰੂਵਮੈਂਟ ਹੋਏਗੀ, ਪਹਿਲੇ ਦਿਨ ਤੋਂ ਇਹੀ ਕਹਿ ਰਹੇ ਨੇ, ਉਹਨਾਂ ਦੀ ਆਮਦਨ 'ਚ ਵਾਧਾ ਹੋਏਗਾ। ਕੇਂਦਰ ਸਰਕਾਰ ਨੇ ਮਤਲਬ ਉਹਨਾਂ ਨੇ ਇਸ ਗੱਲ ਨੂੰ ਜੱਜ ਨਹੀਂ ਕੀਤਾ, ਸਮਝਿਆ ਨਹੀਂ ਵੀ ਬਰਾੜਾ ਜਿਹੜੀ ਹੈ ਬਰੌਦਾ ਹਲਕੇ ਦੀ ਜਿਮਨੀ ਚੋਣ ਹੈ, ਉਹਦੇ 'ਚ ਤੁਸੀਂ ਲਗਭਗ 11,000 ਨਾਲ ਵੋਟਾਂ ਨਾਲ ਹਾਰੇ, ਭਾਰੀ ਅੰਤਰ ਨਾਲ। ਬਿਲਕੁਲ ਮਤਲਬ ਏਡੇ ਵੱਡੇ ਫਰਕ ਨਾਲ ਹਾਰੇ। ਪਹਿਲਾਂ 5 ਨਾਲ ਹਾਰੇ, 6,000 ਵੋਟ ਹੋਰ ਵੱਧ ਗਈ। ਬਿਲਕੁਲ ਠੀਕ। ਮਤਲਬ ਜਿਹੜੇ ਖੇਤੀ ਕਾਨੂੰਨ ਲੈ ਕੇ ਆ ਹਰਿਆਣੇ ਦੇ ਕਿਸਾਨਾਂ ਦੇ ਵਿੱਚ ਵੀ ਖਾਸੀ ਵਿਰੋਧਤਾ ਹੈਗੀ ਆ। ਤੇ ਇਸ ਕਰਕੇ ਉਹਨਾਂ ਨੂੰ ਹੁਣ ਜਿਹੜੀ ਜਾ ਕੇ ਇਸ ਗੱਲ ਦਾ ਉਹਨਾਂ ਨੇ ਅਹਿਸਾਸ ਕੀਤਾ ਕਿ ਗੱਲਬਾਤ ਹੋਣੀ ਚਾਹੀਦੀ ਹੈ, ਕਿਉਂਕਿ ਇਹ ਸਾਰੇ ਜਿਹੜੇ ਕਿਸਾਨ ਹੈ ਇਸ ਵੇਲੇ ਹਰਿਆਣਾ ਦੇ ਨਾਲ ਬੈਠੇ, ਹਰਿਆਣਾ ਦੇ ਵਿੱਚ ਬੈਠੇ ਆ। ਜੇ ਦਿੱਕਤਾਂ ਆਉਣਗੀਆਂ ਹਰਿਆਣੇ ਨੂੰ ਵੀ ਉਨੀਆਂ ਹੀ ਆਉਣਗੀਆਂ। ਇਸ ਕਰਕੇ ਉਹਨਾਂ ਨੇ ਜਿਹੜਾ ਹੁਣ ਸੋਚਣ ਦਾ ਯਤਨ ਕੀਤਾ,
ਹੁਣ ਆਪਣੀ ਸਿਆਸੀ ਜ਼ਮੀਨ ਹਿਲਦਿਆਂ ਦੇਖ ਕੇ ਹੁਣ ਜੇ ਹਰਿਆਣਾ ਸਰਕਾਰ ਦੀ ਗੱਲ ਕਰੀਏ ਤਾਂ ਹੁਣ ਇਹ ਗੱਲ ਕਰਨ ਲੱਗੀ ਹੈ, ਕਿਉਂਕਿ ਜਿਹੜਾ ਤੁਸੀਂ ਦੱਸਿਆ ਪਿੱਛੇ ਚੁਣਾਵ 'ਚ ਨਤੀਜੇ ਜਿਹੜੇ ਆਏ ਨੇ ਸਾਹਮਣੇ, ਉਸ ਤੋਂ ਹਰਿਆਣਾ ਸਰਕਾਰ ਤੇ ਕੇਂਦਰ ਸਰਕਾਰ ਵੀ ਇਹ ਸੋਚਾਂ 'ਚ ਜ਼ਰੂਰ ਪਈ ਹੈ ਕਿ ਹਾਂ ਕਿਸਾਨਾਂ ਦੇ ਪੱਖ ਦੀ ਕੋਈ ਗੱਲ ਕਰਨੀ ਪੈਣੀ, ਉਹਨਾਂ ਨੂੰ ਸ਼ਾਂਤ ਰੱਖਣਾ ਪੈਣਾ। ਜੇਕਰ ਕੋਈ ਇਦਾਂ ਦਾ ਫੈਸਲਾ ਲੈ ਲਿਆ ਗਿਆ ਤਾਂ ਸਾਡੀ ਜਿਹੜੀ ਹੈ ਸਿਆਸੀ ਜ਼ਮੀਨ ਉਹ ਫਿਰ ਬਚਣੀ ਨਹੀਂ ਗੀ। ਦੇਖੋ ਬੀਜੇਪੀ ਦੀ ਪੰਜਾਬ ਦੀਆਂ ਜਿਹੜੀਆਂ 2022 ਚ ਚੋਣਾਂ ਆਉਣੀਆਂ ਉਹਦੇ ਤੇ ਵੀ ਅੱਖ ਹੈਗੀ, ਉਹਦੇ 'ਚ ਵੀ ਕਰਨਾ ਚਾਹੁੰਦੀ ਹੈ। ਇਸ ਕਰਕੇ 22 ਦੀਆਂ ਚੋਣਾਂ ਨੂੰ ਧਿਆਨ 'ਚ ਰੱਖ ਕੇ, ਹਰਿਆਣੇ ਦੀ ਸਥਿਤੀ ਨੂੰ ਧਿਆਨ ਦੇ ਵਿੱਚ ਰੱਖ ਕੇ ਕੋਈ ਨਾ ਕੋਈ ਐਸਾ ਫੈਸਲਾ ਉਹ ਕਰ ਸਕਦੇ ਆ, ਕੋਈ ਇਹ ਅਸ਼ੋਰੈਂਸ ਲਿਖਤੀ ਫੈਸਲਾ ਕਰ ਸਕਦੇ ਆ ਵੀ MSP ਜਾਰੀ ਰਹੇਗੀ, ਕਿਸਾਨਾਂ ਨੂੰ ਜਿਹੜਾ ਜਿਹੜਾ ਮਿਨੀਮਮ ਜਿਹੜਾ ਖਰੀਦ ਆ ਜਿਹੜੀ ਕੇਂਦਰ ਜਿਹੜਾ ਸਮਰਥਨ ਮੁੱਲ ਹੈ ਸਮਰਥਨ ਉਹ ਤਾਂ ਰਹੇਗਾ, ਉਹਦੇ ਬਾਰੇ ਤਾਂ ਕਈ ਵਾਰੀ ਕਹਿ ਦਿੱਤਾ। ਬਿਲਕੁਲ ਇਹ ਗੱਲ ਹੈਗੀ ਖਰੀਦ ਦੀ। ਬਿਲਕੁਲ ਖਰੀਦ ਕਣਕ ਤੇ ਝੋਨੇ ਦੀ ਜੇ ਨਹੀਂ ਹੋਏਗੀ ਤਾਂ ਇਹਦਾ MSP ਦਾ ਕੋਈ ਫਾਇਦਾ ਨਹੀਂ, ਕੋਈ ਫਾਇਦਾ ਨਹੀਂ। ਬਿਲਕੁਲ ਉਹਦਾ ਇਹ ਹੈ, ਤੁਸੀਂ ਮੈਂ ਤੁਹਾਨੂੰ ਦੱਸਦਾ 23 ਜਿਣਸਾਂ ਦੇ ਭਾਅ ਜਿਹੜਾ ਕੇਂਦਰ ਬੰਦਾ ਉਹਦੇ ਚੋਂ ਖਰੀਦ ਕੇਵਲ 2 ਦੀ ਕਰਦਾ ਤੇ ਸਾਡੇ ਸਾਹਮਣੇ ਮੱਕੀ ਹੈ, ਮੱਕੀ ਦਾ ਭਾਅ ਜਿਹੜਾ 1850 ਰੁਪਏ ਕੁਆਂਟਲ ਸੀਗਾ। ਮੱਕੀ ਜਿਹੜੀ ਆ ਵਿਕਦੀ ਕਿਸ ਭਾਅ ਰਹੀ 600 700 800 1000 ਅੱਧੇ ਤੋਂ ਵੀ ਥੱਲੇ ਗਈ ਇਸ ਮੁੱਲ ਤੇ ਵਿਕਦੀ ਰਹੀ। ਬਿਲਕੁਲ ਤੇ ਇਸੇ ਤਰੀਕੇ ਨਾਲ ਬਾਕੀ ਜਿਹੜੀਆਂ ਵਸਤਾਂ ਉਹ ਵੀ ਚੀਜ਼ਾਂ ਜਿਹੜੀਆਂ ਜਿਣਸਾਂ ਉਹ ਵੀ ਇਸੇ ਤਰ੍ਹਾਂ ਵਿਕਦੀਆਂ ਰਹੀਆਂ। ਇਸ ਕਰਕੇ ਇਹਦੇ ਨਾਲ ਇਹ ਅਸ਼ੋਰ ਕਰਾਉਣਾ ਪਏਗਾ। ਦੂਜਾ ਜਿਹੜਾ ਕੰਟਰੈਕਟ ਫਾਰਮਿੰਗ ਆ ਉਹਦਾ ਜਿਹੜਾ ਕਾਨੂੰਨ ਆ ਉਹਦੇ ਵਿੱਚ ਜਿਹੜਾ ਕਿਸਾਨ ਨੂੰ ਜੇ ਕੰਟਰੈਕਟ ਫਾਰਮਿੰਗ ਕਰਨੀ ਆ ਤੇ ਕਿਸਾਨ ਨੂੰ ਜਿਹੜਾ ਹੁਣ ਕੰਟਰੈਕਟ ਫਾਰਮਿੰਗ ਦਾ ਇਹਨਾਂ ਬਣਾਇਆ ਐਕਟ ਕਾਨੂੰਨ ਬਣਾਇਆ ਉਹਦੇ 'ਚ ਕਿਸਾਨ ਨਾਲ ਧੱਕਾ ਹੋਏਗਾ। ਇਸ ਕਰਕੇ ਕਿਸਾਨਾਂ ਨੂੰ ਜਿਹੜਾ ਉਹਦੇ 'ਚ ਸੰਤੁਸ਼ਟ ਕਰਨਾ, ਸੈਟੀਸਫਾਈ ਕਰਨਾ ਇਹ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਹੈ। ਇਸ ਕਰਕੇ ਕੇਂਦਰ ਸਰਕਾਰ ਨੂੰ ਇਹਦੇ ਤੇ ਅਸ਼ੋਰ ਕਰਨਾ ਪਏਗਾ ਵੀ ਇਹਨੂੰ ਬਦਲਿਆ ਜਾਂਦਾ ਹੈ। ਬਿਲਕੁਲ ਇਹ ਜੇ ਮਾਮਲਾ ਜਿਹੜਾ ਕੱਲਾ SDM DC ਤੇ ਨਹੀਂ ਹੋਏਗਾ, ਕੋਰਟਾਂ ਦੇ ਵਿੱਚ ਵੀ ਜਾਏਗਾ। ਬਿਲਕੁਲ ਠੀਕ ਗੱਲ। ਜਿਹੜੇ ਇਹ ਕਹਿੰਦੇ ਵੀ ਵਿਚੋਲੇ ਖਤਮ ਹੋ ਜਾਣਗੇ, ਮਤਲਬ ਵਿਚੋਲੇ ਖਤਮ ਨਹੀਂ ਹੋਣਗੇ, ਵਿਚੋਲੇ ਤਾਂ ਹੋਰ ਦੁੱਗਣੇ ਹੋ ਗਏ ਨੇ ਪਹਿਲਾਂ ਨਾਲ, ਹੋਰ ਆਉਣਗੇ। ਦੂਜਾ ਜਿਹੜਾ ਸੂਬਿਆਂ ਨੇ ਜਿਹੜਾ ਰੱਖਿਆ ਮਤਲਬ ਆਪਣਾ ਜਿਹੜਾ ਪੰਜਾਬ ਦੇ ਵਿੱਚ ਟੈਕਸ ਹੈ, ਰੂਰਲ ਡਿਵੈਲਪਮੈਂਟ ਫੰਡ ਹੈ, ਪੇਂਡੂ ਵਿਕਾਸ ਫੰਡ ਹੈ, ਮਾਰਕੀਟ ਫੀਸ ਹੈ, ਉਹਦਾ ਕੀ ਬਣੇਗਾ? ਉਹਦੇ ਤੇ ਉੱਪਰ ਵੀ ਸੂਬਿਆਂ ਦਾ ਜਿਹੜਾ ਮਾਮਲਾ ਉਹਨੂੰ ਧਿਆਨ 'ਚ ਰੱਖਣਾ ਪਏਗਾ। ਸੂਬਿਆਂ ਨੂੰ ਇਹ ਆਗਿਆ ਦੇਣੀ ਪਏਗੀ ਵੀ ਤੁਸੀਂ ਆਪਣੀ ਮਾਰਕੀਟ ਫੀਸ ਜਿਹੜੀ ਆ ਉਹ ਲੈ ਸਕਦੇ ਆ, ਤੇ ਜਿਹੜੇ ਬਾਹਰੋਂ ਆਉਣਗੇ ਪ੍ਰਾਈਵੇਟ ਉਹਦੇ ਤੇ ਵੀ ਕਰਨਾ ਪਏਗਾ ਵੀ ਤੁਹਾਨੂੰ ਵੀ ਰਜਿਸਟ੍ਰੇਸ਼ਨ ਕਰਾਉਣੀ ਪਏਗੀ। ਬਿਲਕੁਲ ਠੀਕ ਗੱਲ ਕਰ। ਰਜਿਸਟ੍ਰੇਸ਼ਨ ਹੋਏਗੀ ਤਾਂ ਹੀ ਜਿਹੜਾ ਮੰਡੀ ਸਿਸਟਮ ਪਹਿਲਾਂ ਬਣਾਇਆ ਹਜ਼ਾਰਾਂ ਕਰੋੜ ਰੁਪਈਆ ਖਰਚ ਕੇ ਜਿਹੜਾ ਇੰਫਰਾਸਟ੍ਰਕਚਰ ਬਣਾਇਆ ਉਹ ਤਾਂ ਕਿ ਪ੍ਰੋਟੈਕਟ ਹੋ ਸਕੇ, ਉਹਦੀ ਰਾਖੀ ਹੋ ਸਕੇ। ਇਹਦੇ ਨਾਲ ਹੀ ਜਿਹੜਾ ਐਸੈਂਸ਼ੀਅਲ ਕਮੋਡਿਟੀ ਐਕਟ ਹੈ ਉਹ ਜਿਸ ਤਰੀਕੇ ਦਾ ਬਣਾਇਆ ਉਹਦੇ ਤੇ ਵੀ ਗੱਲ ਕਰਨੀ ਪੈਗੀ। ਇਸ ਕਰਕੇ ਇਹਦੇ ਨਾਲ ਅਗਲਾ ਜਿਹੜਾ 3 ਖੇਤੀ ਕਾਨੂੰਨਾਂ ਤੋਂ ਇਲਾਵਾ ਜਿਹੜਾ ਚੌਥੀ ਗੱਲ ਜਿਹੜੀ ਹੈਗੀ ਆ ਉਹ ਹੈਗਾ ਬਿਜਲੀ ਦਾ ਜਿਹੜਾ ਇਹਨਾਂ ਨੇ ਬਿੱਲ ਹੈ ਜਾਂ ਬਿਜਲੀ ਬਾਰੇ ਜਿਹੜੀ ਗੱਲ ਕਰਨੀ ਉਹਦੇ ਤੇ ਵੀ ਅਸ਼ੋਰ ਕਰਾਉਣਾ ਪਏਗਾ। ਇਹ ਸਾਰੇ ਮਾਮਲਿਆਂ ਤੇ ਅਸ਼ੋਰ ਜਿੰਨਾ ਚਿਰ ਕਰਦੇ ਨਹੀਂ, ਇਹਨਾਂ ਦੇ ਉੱਪਰ ਲਿਖਤੀ ਸਮਝੌਤਾ ਨਹੀਂ ਕਿਸਾਨਾਂ ਨਾਲ ਕਰਦੇ, ਉਹਨਾਂ ਚਿਰ ਜਿਹੜੇ ਦਿੱਲੀ ਗਏ ਕਿਸਾਨ ਉਹ ਵਾਪਸ ਨਹੀਂ ਮੁੜਨਗੇ। ਬਿਲਕੁਲ ਠੀਕ। ਤੇ ਉਹਨਾਂ ਨੂੰ ਵਾਪਸ ਪਰਤਾਉਣ ਦੇ ਲਈ ਕੇਂਦਰ ਸਰਕਾਰ ਨੂੰ ਹੁਣ ਲਿਪ ਸਰਵਿਸ ਨਾਲ ਕੰਮ ਨਹੀਂ ਚੱਲਣਾ। ਮਤਲਬ ਤੁਸੀਂ ਕਹੋ ਵੀ ਗੱਲੀ ਬਾਤੀ ਕੋਈ ਚੱਲ ਜਾਏ ਜਾਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਕਹਿਣ ਵੀ ਮੈਂ ਭਾਸ਼ਣ ਕਰਾਂ, ਭਾਸ਼ਣ ਉਹਨਾਂ ਕਰਦੇ ਰੋਜ਼ ਕਰਦੇ ਆ, ਪਰ ਇਹ ਨਹੀਂ ਹੋ ਸਕਦਾ ਵੀ ਕਾਲਾ ਧਨ ਦੇਸ਼ में आएगा, हरेक के खाते में 15 लाख जाएंगे, 2 करोड़ नौकरियां दी जाएंगी। ਹੁਣ ਇਵੇਂ ਕੰਮ ਨਹੀਂ ਚੱਲਣਾ, ਹੁਣ ਇਹ ਛਲਾਵੇ ਨਹੀਂ ਚੱਲਣੇ। ਬਿਲਕੁਲ ਠੀਕ ਗੱਲ। ਇਸ ਕਰਕੇ ਤੁਹਾਨੂੰ ਜਿਹੜਾ ਕੰਕਰੀਟ ਠੋਸ ਕੋਈ ਗੱਲਬਾਤ ਕਰਨੀ ਪੈਗੀ, ਨਹੀਂ ਤੇ ਜਿਹੜੇ ਦਿੱਲੀ ਗਏ ਕਿਸਾਨ ਉਹ ਮੁੜ ਨਹੀਂ ਪਰਤਣਗੇ। ਬਿਲਕੁਲ ਠੀਕ ਗੱਲ। ਇਸ ਕਰਕੇ ਇਸ ਦਿਸ਼ਾ ਦੇ ਵਿੱਚ ਸੋਚਿਆ ਜਾਣਾ ਚਾਹੀਦਾ, ਇਹਦੇ ਬਾਰੇ ਕੋਈ ਗੱਲ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਕਿਸਾਨ ਜਿਹੜਾ ਉਹ ਸੈਟੀਸਫਾਈ ਹੋ ਕੇ ਸੰਤੁਸ਼ਟ ਹੋ ਕੇ ਆਪਣੇ ਘਰਾਂ ਨੂੰ ਪਰਤ ਸਕਣ। ਅਜੇ ਵੀ ਜਿਹੜਾ ਕੇਂਦਰ ਸਰਕਾਰ ਦਾ ਐਟੀਟਿਊਡ ਆ ਵੀ 3 ਨੂੰ ਗੱਲ ਕਰਾਂਗੇ, 3 ਤੋਂ ਪਹਿਲਾਂ ਗੱਲ ਕਿਉਂ ਨਹੀਂ ਹੋ ਸਕਦੀ? ਬਿਲਕੁਲ ਠੀਕ ਗੱਲ ਕਹਿ ਰਹੇ ਹੋ। ਤੁਹਾਨੂੰ ਮਤਲਬ ਜੇ ਲੱਖਾਂ ਕਿਸਾਨ ਦਿੱਲੀ 'ਚ ਪਹੁੰਚ ਗਿਆ ਤਾਂ ਸੋਚਣਾ ਚਾਹੀਦਾ ਵੀ ਕੱਲ ਨੂੰ ਕਈ ਕਿਸਮ ਦੀਆਂ ਸਮੱਸਿਆਵਾਂ ਆਉਣਗੀਆਂ। ਬਿਲਕੁਲ ਠੀਕ। ਇਸ ਕਰਕੇ ਇਹ ਸੋਚਣਾ ਚਾਹੀਦਾ
ਤੇ ਇਹਦੇ ਨਾਲ ਨੁਕਸਾਨ ਨਾ ਕੇਵਲ ਪੰਜਾਬ ਦਾ ਹੋਣਾ, ਹਰਿਆਣਾ ਦਾ ਹੋਣਾ, ਸਾਰੇ ਜਿਹੜੇ ਕਿਸਾਨ ਜਥੇਬੰਦੀਆਂ, ਇਹ ਲੱਖਾਂ ਦੀ ਤਾਦਾਦ ਨਾਲ ਜਿਹੜੇ ਕਿਸਾਨ ਹੁਣ ਦਿੱਲੀ ਪਹੁੰਚ ਚੁੱਕੇ ਨੇ, ਉਹਨਾਂ ਦੀ ਸ਼ੁਰੂਆਤ ਤੋਂ ਲੈ ਕੇ ਹਜੇ ਤੱਕ ਇੱਕੋ ਹੀ ਮੰਗ ਹੈ। ਜਿਹੜੇ 3 ਇਹ ਖੇਤੀ ਕਾਨੂੰਨ ਆਏ ਨੇ, ਇਹ ਕਾਲੇ ਕਾਨੂੰਨ ਆਏ ਨੇ, ਇਹਨਾਂ 'ਚ ਸੁਧਾਰ ਹੋਣਾ ਚਾਹੀਦਾ ਹੈ, ਇਹਨਾਂ 'ਚ ਸੰਸ਼ੋਧਨ ਹੋਣਾ ਚਾਹੀਦਾ ਹੈ। ਕਿਸਾਨ ਪੱਖੀ ਕੋਈ ਸਰਕਾਰ ਨੂੰ ਜਿਹੜਾ ਫੈਸਲਾ ਕਰਨਾ ਹੈ, ਕਿਉਂਕਿ ਉਹ ਕਿਸਾਨ ਜਥੇਬੰਦੀਆਂ ਜਿੰਨੀਆਂ ਵੀ ਨੇ ਉਹ ਬਿਲਕੁਲ ਕਤਈ ਪਹਿਲੇ ਦਿਨ ਤੋਂ ਲੈ ਕੇ ਹਜੇ ਤੱਕ ਇਹਨਾਂ ਦੇ ਖਿਲਾਫ ਚੱਲ ਰਹੀ ਹੈ। ਤੇ ਇਸੇ ਕਰਕੇ ਉਹਨਾਂ ਦੀ ਇਹ ਮੰਗ ਕਰਕੇ ਕੇਂਦਰ ਸਰਕਾਰ ਨੇ ਸਮੇਂ ਰਹਿੰਦਿਆਂ ਕੋਈ ਕਦਮ ਨਹੀਂ ਚੁੱਕੇ ਸੀਗੇ ਤੇ ਦਿੱਲੀ 'ਚ ਉਹ ਪੁੱਜ ਗਏ ਨੇ। ਤੇ ਹਜੇ ਵੀ ਜਿਹੜਾ ਬਰਾੜਾ ਮੈਦਾਨ 'ਚ ਜਿਹੜੇ ਬੈਠੇ ਨੇ ਕਿਸਾਨ, ਅੱਧੇ ਕਿਸਾਨ ਮੋਰਚਿਆਂ ਤੇ ਬੈਠੇ ਆ। ਅੱਜ ਬਿਲਕੁਲ ਜਿਹੜਾ ਐਂਟਰੈਂਸ ਪੁਆਇੰਟ ਜਿਹੜੇ ਦਿੱਲੀ ਦੇ ਨੇ ਉੱਥੇ ਉਹਨਾਂ ਦੇ ਉਹ ਲਾਮਬੰਦ ਹੋ ਚੁੱਕੇ ਆ, ਮੋਰਚਾ ਉਹਨਾਂ ਨੇ ਲਾ ਲਿਆ। ਤੇ ਹੁਣ ਵੀ ਕਿਸਾਨ, ਜੇ ਤੁਸੀਂ ਗੱਲ ਕਰੀਏ ਪੰਜਾਬ ਤੋਂ, ਹਰਿਆਣਾ ਤੋਂ, ਅੱਡ-ਅੱਡ ਥਾਵਾਂ ਤੋਂ ਜਿਹੜੇ ਦਿੱਲੀ ਵੱਲ ਵੱਧ ਰਹੇ ਨੇ। ਤੇ ਇਹ ਜੇ ਕੇਂਦਰ ਸਰਕਾਰ ਛੇਤੀ ਤੋਂ ਛੇਤੀ ਇਸ ਮਸਲੇ ਦਾ ਕੋਈ, ਇਸ ਮੁੱਦੇ ਦਾ ਕੋਈ ਹੱਲ ਨਹੀਂ ਲੱਭਦੀ ਤਾਂ ਇਹ ਦਿੱਕਤ ਵਧਣੀ ਹੈ। ਅਸੀਂ ਇਹਦੇ ਨਾਲ ਇੱਕ ਹੋਰ ਅਹਿਮ ਖਬਰ ਦਾ ਵੀ ਕਰਨਾ ਇਹ ਵੀ ਹੈਗਾ ਵੀ ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਵੀ ਦਿੱਲੀ 'ਚ ਗ੍ਰਿਫਤਾਰੀਆਂ ਦਿੱਤੀਆਂ ਨੇ। ਬਿਲਕੁਲ ਕੇਜਰੀਵਾਲ ਦਾ ਵੀ ਬਿਆਨ ਆਇਆ, ਪੰਜਾਬ ਦੇ ਹੋਰ ਬਹੁਤ ਸਾਰੇ ਬਿਆਨ ਆਏ, ਸਿਆਸਤਦਾਨ ਸਾਰੇ ਹੀ ਕਰ ਰਹੇ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਿਹੜੇ ਪ੍ਰਧਾਨ ਆ ਸੁਨੀਲ ਜਾਖੜ, ਉਹਨਾਂ ਦਾ ਵੀ ਆਇਆ। ਮਤਲਬ ਬਹੁਤ ਸਾਰੇ ਲੋਕਾਂ ਦੀ ਬਿਆਨਬਾਜ਼ੀ ਇਹਦੇ ਤੇ ਚੱਲ ਰਹੀ ਹੈ। ਤੇ ਇਸ ਦੇ ਨਾਲ ਹੀ ਜਿਹੜੀ ਅਹਿਮ ਖਬਰ ਜਿਹੜੀ ਸਾਡੀ ਅਗਲੀ ਹੈਗੀ ਹੈ, ਜਿਹਦੇ ਬਾਰੇ ਅਸੀਂ ਜ਼ਿਕਰ ਜ਼ਰੂਰ ਕਰਾਂਗੇ, ਉਹ ਹੈਗੀ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੋਈ ਹੈ। ਬਿਲਕੁਲ ਠੀਕ ਹੈ। ਉਸ ਚੋਣ ਦੇ ਵਿੱਚ ਸਰਬਸੰਮਤੀ ਨਹੀਂ ਹੋਈ। ਉਸ ਚੋਣ ਦੇ ਵਿੱਚ ਜਿਹੜਾ ਅਕਾਲੀ ਦਲ ਨੇ ਜਿਹੜਾ ਲਿਫਾਫਾ ਕਲਚਰ ਜਿਹੜਾ ਪਹਿਲਾਂ ਕਿਹਾ ਜਾਂਦਾ ਸੀ, ਉਹਦੇ ਰਾਹੀਂ ਬੀਬੀ ਜਗੀਰ ਕੌਰ ਨੂੰ ਨੋਮੀਨੇਟ ਕੀਤਾ ਸੀਗਾ ਵੀ ਇਹ ਸਾਡੇ ਉਮੀਦਵਾਰ ਹੋਣਗੇ। ਬਕਾਇਦਾ ਉਹਨਾਂ ਦਾ ਐਲਾਨ ਕੀਤਾ ਗਿਆ ਤੇ ਇਹਦੇ ਤੇ ਸਹਿਮਤੀ ਕਰਨ ਦਾ ਯਤਨ ਕੀਤਾ ਗਿਆ। ਸਹਿਮਤੀ ਨਹੀਂ ਹੋਈ, ਵੋਟਾਂ ਪਈਆਂ ਨੇ। ਕੁੱਲ ਜਿਹੜਾ 143 ਮੈਂਬਰੀ ਹਾਊਸ ਹੈ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਉਹਦੇ ਵਿੱਚ 100 ਜਿਹੜੀਆਂ 22 ਵੋਟਾਂ ਪਈਆਂ ਨੇ। ਤੇ ਉਹਨਾਂ ਦੇ ਜਿਹੜਾ ਵਿਰੋਧੀ ਉਮੀਦਵਾਰ ਸੀ ਮਿੱਠੂ ਸਿੰਘ, ਉਹਨੂੰ 20 ਵੋਟਾਂ ਪਈਆਂ ਨੇ। ਮਤਲਬ ਪਹਿਲਾਂ ਨਾਲੋਂ ਗਿਣਤੀ ਜਿਹੜੀ ਵਿਰੋਧੀਆਂ ਦੀ ਵਧੀ ਹੈ। ਤੇ ਇਸ ਤਰੀਕੇ ਨਾਲ ਬੀਬੀ ਜਗੀਰ ਕੌਰ ਜਿਹੜੇ ਆ 102 ਵੋਟਾਂ ਲੈ ਕੇ ਜਿਹੜੇ ਆ ਉਹ ਤੀਜੀ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣ ਗਏ ਨੇ। ਤੇ ਇਸ ਨਾਲ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਬੜੀ ਕਰੂਸ਼ਲ ਜਿਹੜੀ ਸਥਿਤੀ ਆ ਉਹਦੇ ਚੋਂ ਨਿਕਲ ਰਿਹਾ। ਇੱਕ ਪਾਸੇ ਉਹਨਾਂ ਨੂੰ ਵੀ ਖੇਤੀ ਬਿੱਲਾਂ ਦੇ ਉੱਪਰ ਇੱਕ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ ਤੇ ਇਸੇ ਕਰਕੇ ਉਹ ਕੇਂਦਰ ਸਰਕਾਰ ਚੋਂ ਬਾਹਰ ਆਏ ਸੀ, ਇਸੇ ਕਰਕੇ ਉਹ NDA ਤੋਂ ਬਾਹਰ ਆਏ ਸੀ, ਇਸੇ ਕਰਕੇ ਹੁਣ ਉਹ ਕਿਸਾਨਾਂ ਦੇ ਨਿਤ ਦਿਨ ਉਹਨਾਂ ਦੇ ਹੱਕ ਦੇ ਵਿੱਚ ਬਿਆਨਬਾਜ਼ੀ ਕਰ ਰਹੇ ਆ, ਸਾਰੀਆਂ ਗੱਲਾਂ ਕਿਸਾਨਾਂ ਦੇ ਹੱਕ ਦੇ ਵਿੱਚ ਕਰ ਰਹੇ ਆ। ਇਸ ਤਰੀਕੇ ਦੇ ਮਾਮਲੇ ਜਿਹੜੇ ਉਹ ਚੱਲ ਰਹੇ ਆ। ਤੇ ਬੀਬੀ ਜਗੀਰ ਕੌਰ ਜਿਹੜੇ ਆ ਤੀਜੀ ਵਾਰੀ ਜਿਹੜੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣ ਗਏ ਤੇ ਉਹਨਾਂ ਦੇ ਉੱਪਰ ਵੀ ਕੁਝ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਆ ਪਈਆਂ, ਜਿਹੜੀਆਂ 328 ਬੀੜਾਂ ਦੇ ਲਾਪਤਾ ਹੋਣ ਦਾ ਉਹਨਾਂ ਦੇ ਉੱਪਰ ਵੀ ਉਹਨਾਂ ਨੂੰ ਕੰਮ ਕਰਨਾ ਪਏਗਾ। ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਕੱਪੜੇ ਹੋਏ, ਸਕੈਂਡਲ ਹੋਏ, ਉਹਨਾਂ ਦੇ ਉੱਪਰ ਵੀ ਕੋਈ ਠੋਸ ਕਦਮ ਚੁੱਕਣੇ ਪੈਣਗੇ। ਅਦਰਵਾਈਜ਼ ਉਹਨਾਂ ਲਈ ਵੀ ਜਿਹੜਾ ਔਖੀ ਸਥਿਤੀ ਦਾ ਸਾਹਮਣਾ ਕਰਨਾ ਪਏਗਾ। ਇਹ ਇੱਕ ਅਹਿਮ ਜਿਹੜੀ ਅੱਜ ਦੀ ਡਿਵੈਲਪਮੈਂਟ ਹੈ। ਹੋਰ ਬਹੁਤ ਸਾਰੀਆਂ ਖਬਰਾਂ ਬਾਰੇ ਅਸੀਂ ਚਰਚਾ ਕਰਨਾ ਚਾਹੁੰਦੇ, ਪਰ ਜਿਹੜਾ ਮੁੱਖ ਮੁੱਦਾ ਕਿਸਾਨੀ ਦਾ ਸੀਗਾ, ਕਿਸਾਨੀ ਦੇ ਮੁੱਦੇ ਤੇ ਅੱਜ ਕਿਉਂਕਿ ਸਾਰਾ ਦੇਸ਼ ਹੀ, ਸਾਰੇ ਚੈਨਲ, ਸਾਰੇ ਪਾਸੇ ਕਿਸਾਨੀ ਦੀ ਗੱਲ ਹੋ ਰਹੀ ਹੈ ਤੇ ਅਸੀਂ ਵੀ ਕਿਸਾਨੀ ਦੇ ਮਾਮਲੇ ਤੇ ਅਹਿਮ ਗੱਲ ਤੇ ਸਰ ਜੰਮੂ ਜੀ ਪੰਜਾਬਨਾਮਾ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਅੱਜ ਜਿਹੜੀ ਅਸੀਂ ਗੱਲ ਕੀਤੀ, ਦੱਸੀਏ ਪੰਜਾਬ 'ਚ ਕੀ ਜਿਹੜੀ ਹੈ ਕਿਸਾਨ ਜਥੇਬੰਦੀਆਂ ਦਿੱਲੀ ਪੁੱਜ ਗਈਆਂ ਨੇ। ਉੱਥੇ ਹੁਣ ਅਗਲਾ ਕਦਮ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜੇ ਕਿਸਾਨ ਕੀ ਅਗਲਾ ਕਦਮ ਚੱਕਣਗੇ, ਹਜੇ ਆਉਣ ਵਾਲੇ ਸਮੇਂ 'ਚ ਵੀ ਪਤਾ ਲੱਗਦਾ ਰਹੇਗਾ। ਜਿੱਦਾਂ ਪਤਾ ਲੱਗੇਗਾ ਅਸੀਂ ਤੁਹਾਨੂੰ ਅਪਡੇਟ ਦਿੰਦੇ ਰਵਾਂਗੇ। ਤੇ ਨਾਲ ਦੇ ਨਾਲ ਅੱਜ ਅਸੀਂ SGPC ਦੇ ਚੋਣ ਬਾਰੇ ਵੀ ਗੱਲ ਕੀਤੀ ਤੇ ਸਿਆਸਤਦਾਨਾਂ ਨੇ ਜਿਹੜਾ ਕਿਸਾਨ ਅੰਦੋਲਨ ਨੂੰ ਲੈ ਕੇ ਜਿਹੜੀਆਂ ਆਪਣੀ ਬਿਆਨਬਾਜ਼ੀਆਂ ਰਹੀ ਉਹ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤੇ ਹੁਣ ਵੇਲਾ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ, ਤੇ ਫਿਰ ਅਸੀਂ ਹੋਰ ਜਿਹੜੇ ਕਿਸਾਨ ਅੰਦੋਲਨ ਨੂੰ ਲੈ ਕੇ ਜਿਹੜੀਆਂ ਗਤੀਵਿਧੀਆਂ ਉਹਨਾਂ ਦੀ ਰਹਿਣਗੀਆਂ, ਅਗਲੇ ਕਦਮ ਚੱਕੇ ਜਾਣਗੇ, ਤੁਹਾਨੂੰ ਜਿਹੜਾ ਅਪਡੇਟ ਦਿੰਦੇ ਰਵਾਂਗੇ। ਅੱਜ ਵਾਸਤੇ ਧੰਨਵਾਦ।